ਹਾਂਜੀ, ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਸੋ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਪ੍ਰਭੂ ਨੇ ਇਸ ਸੋਸ਼ਲ ਮੀਡੀਆ ਦੇ ਦੁਆਰਾ ਆਪਣਾ ਵਚਨ ਸਾਂਝਾ ਕਰਨ ਦਾ ਅੱਜ ਮੌਕਾ ਦਿੱਤਾ ਆ। ਸੋ ਮੈਨੂੰ ਵਿਸ਼ਵਾਸ ਆ ਕਿ ਅੱਜ ਦੇ ਵਚਨ ਦੇ ਦੁਆਰਾ ਜਿੰਨੇ ਵੀ ਭੈਣ ਭਰਾ ਇਸ ਵਚਨ ਨੂੰ ਸੁਣਨਗੇ, ਸੋ ਸਭ ਇਸ ਵਚਨ ਦੇ ਦੁਆਰਾ ਆਸ਼ੀਸ਼ ਪਾਉਣਗੇ। ਸੋ ਆਈਏ ਅਸੀਂ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਦੇ ਲਈ ਪਹਿਲਾਂ ਪ੍ਰਾਰਥਨਾ ਕਰਦੇ ਹਾਂ। ਸਰਵ ਸ਼ਕਤੀਮਾਨ ਪਿਤਾ, ਤੇਰਾ ਧੰਨਵਾਦ ਕਰਦੇ ਹਾਂ ਖੁਦਾ ਬਾਪ, ਤੁਹਾਡੇ ਇਸ ਪਵਿੱਤਰ ਸਮੇਂ ਦੇ ਲਈ ਖੁਦਾਵੰਦ। ਅੱਜ ਠਹਿਰਾਏ ਸਮੇਂ 'ਤੇ ਪਿਤਾ ਖੁਦਾਵੰਦ, ਤੇਰਾ ਵਚਨ ਖੁਦਾ ਬਾਪ ਤੇਰੇ ਲੋਕਾਂ ਦੇ ਨਾਲ ਸਾਂਝਾ ਕਰਨ ਦਾ ਤੁਸੀਂ ਮੌਕਾ ਦਿੱਤਾ ਹੈ ਖੁਦਾ ਬਾਪ। ਜਿੰਨਾ ਵੀ ਸਮਾਂ ਖੁਦਾਵੰਦ ਅਸੀਂ ਬੋਲੀਏ ਪ੍ਰਭੂ, ਤੁਸੀਂ ਆਪਣੇ ਵਚਨ ਦੇ ਦੁਆਰਾ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰਨਾ ਖੁਦਾਵੰਦ, ਔਰ ਇੱਕ ਇੱਕ ਦੀ ਸਮਝ ਨੂੰ ਖੋਲ੍ਹ ਦੇਣਾ ਪ੍ਰਭੂ। ਉਹ ਖੁਦਾਵੰਦ ਮੈਂ ਵੀ ਤੇਰਾ ਵਚਨ ਸੁਣਾਉਣ ਵਾਲਾ ਨਹੀਂ, ਤੇਰੇ ਵਚਨ 'ਤੇ ਚੱਲਣ ਵਾਲੇ ਵੀ ਬਣ ਜਾਵਾਂ ਖੁਦਾਵੰਦ। ਔਰ ਜਿੰਨੇ ਵੀ ਭੈਣ ਭਰਾ ਤੇਰੇ ਇਸ ਵਚਨ ਨੂੰ ਸੁਣਨ ਖੁਦਾ ਬਾਪ, ਸਭ ਸੁਣਨ ਵਾਲੇ ਨਹੀਂ ਬਲਕਿ ਚੱਲਣ ਵਾਲੇ ਵੀ ਬਣ ਜਾਣ ਖੁਦਾ ਬਾਪ। ਜਿੰਨਾ ਸਮਾਂ ਬੋਲੀਏ ਤੇਰੇ ਆਤਮਾ ਦੇ ਵੱਲੋਂ ਹੋ, ਤੇਰੇ ਆਤਮਾ ਦਾ ਕਬਜ਼ਾ ਚਾਹੁੰਦੇ ਹਾਂ। ਤੇਰੀ ਮਹਿਮਾ, ਤੇਰਾ ਜਲਾਲ ਜ਼ਾਹਰ ਹੋ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ, ਆਮੀਨ ਆਮੀਨ। ਸੋ ਆਈਏ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਹਾਂ ਅੱਜ ਦਾ ਆਪਣਾ ਟੌਪਿਕ ਆ, ਅੱਜ ਦਾ ਵਿਸ਼ਾ ਲਾਈਫ ਦੇ ਉੱਪਰ, ਜ਼ਿੰਦਗੀ ਦੇ ਉੱਪਰ ਮੈਂ ਕੁਝ ਸਮਾਂ ਬੋਲਣ ਜਾ ਰਿਹਾ। ਸੋ ਪ੍ਰਭੂ ਦੇ ਵਚਨ 'ਚੋਂ ਪੜ੍ਹਦੇ ਹਾਂ ਰੋਮੀਓ ਦੀ ਕਿਤਾਬ, ਉਹਦਾ 14 ਅਧਿਆਏ, ਉਹਦਾ 8 ਵਚਨ। ਰੋਮੀਓ ਦੀ ਕਿਤਾਬ 14 ਅਧਿਆਏ, ਉਹਦਾ 8 ਵਚਨ। ਹਾਂਜੀ। ਇਸ ਲਈ ਜੇ ਅਸੀਂ ਜੀਵੀਏ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ, ਔਰ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਹਾਲੇਲੂਇਆ। ਸੋ ਇੱਧਰ ਪ੍ਰਭੂ ਦਾ ਦਾਸ ਪੌਲੁਸ ਰੋਮੀਓ 14 ਅਧਿਆਏ, ਉਹਦਾ 8 ਵਚਨ 'ਚ ਕਹਿ ਰਿਹਾ ਕਿ ਪ੍ਰਭੂ ਦਾ ਦਾਸ ਕਹਿ ਰਿਹਾ ਕਿ ਜੇ ਅਸੀਂ ਜਿਉਣਾ ਆ ਤੇ ਪ੍ਰਭੂ ਲਈ ਜਿਉਣਾ ਆ, ਤੇ ਜੇ ਮਰੀਏ ਤਾਂ ਇਹ ਪ੍ਰਭੂ ਦੇ ਲਈ ਮਰਨਾ ਸੀ। ਸੋ ਮੇਰੇ ਪਿਆਰੋ, ਅੱਜ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਬਹੁਤ ਸਾਰੇ ਲੋਕ, ਪ੍ਰਭੂ ਵਿੱਚ ਚੱਲਣ ਵਾਲੇ ਲੋਕ ਕਹਿੰਦੇ ਤੇ ਆ ਕਿ ਅਸੀਂ ਪ੍ਰਭੂ ਦੇ ਲਈ ਜੀਂਦੇ ਹਾਂ, ਪਰ ਜੀ ਆਪਣੇ ਲਈ ਹੀ ਰਹੇ ਆ। ਸੋ ਕਹਿਣ ਦੇ ਵਿੱਚ ਔਰ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਆ। ਸੋ ਪ੍ਰਭੂ ਨੂੰ ਕਹਿਣ ਵਾਲਿਆਂ ਦੀ ਜ਼ਰੂਰਤ ਨਹੀਂ ਆ, ਪ੍ਰਭੂ ਨੂੰ ਚੱਲਣ ਵਾਲਿਆਂ ਦੀ ਜ਼ਰੂਰਤ ਆ। ਜਿਸ ਤਰ੍ਹਾਂ ਪ੍ਰਭੂ ਦਾ ਦਾਸ ਪੌਲੁਸ ਕਹਿ ਰਿਹਾ ਕਿ ਅਸੀਂ ਹੁਣ ਜੀਣਾ ਵੀ ਕਹਿੰਦਾ ਮੈਂ ਪ੍ਰਭੂ ਲਈ ਆ, ਔਰ ਮਰਨਾ ਵੀ ਪ੍ਰਭੂ ਦੇ ਲਈ ਆ। ਸੋ ਮੇਰੇ ਪਿਆਰੋ, ਅਸੀਂ ਅਗਰ ਪ੍ਰਭੂ ਦੇ ਪਿੱਛੇ ਚੱਲ ਰਹੇ ਹਾਂ, ਸੋ ਪ੍ਰਭੂ ਨੂੰ ਆਪਣਾ ਜੀਵਨ ਸੌਂਪਿਆ ਆ। ਅਸੀਂ ਇਹ ਕਹਿਣ ਵਾਲੇ ਨਹੀਂ ਬਣਨਾ ਕਿ ਮੈਂ ਪ੍ਰਭੂ ਲਈ ਜੀਣਾ ਆ, ਕਹਿਣ ਵਾਲੇ ਨਹੀਂ ਬਣਨਾ, ਸਗੋਂ ਪ੍ਰਭੂ ਲਈ ਜੀ ਕੇ ਵੀ ਦਿਖਾਉਣਾ ਆ ਅਸੀਂ। ਸੋ ਪ੍ਰਭੂ ਦਾ ਦਾਸ ਚੱਲਦੇ ਚੱਲਦੇ, ਜਦੋਂ ਪ੍ਰਭੂ ਦੇ ਨਾਲ ਚੱਲ ਰਹੇ ਆ, ਚੱਲਦੇ ਚੱਲਦੇ ਪ੍ਰਭੂ ਦੇ ਦਾਸ ਪੌਲੁਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਹੁਣ ਮੈਂ ਆਪਣੇ ਲਈ ਨਹੀਂ ਜੀਣਾ, ਹੁਣ ਪ੍ਰਭੂ ਲਈ ਜੀਣਾ ਆ। ਸੋ ਜਦੋਂ ਮੇਰੇ ਪਿਆਰੋ ਅਸੀਂ ਪ੍ਰਭੂ ਲਈ ਜੀਣਾ ਸ਼ੁਰੂ ਕਰ ਦਿੰਦੇ ਹਾਂ, ਅਤੇ ਸਾਡੇ ਜੀਵਨ ਦੀਆਂ ਚਿੰਤਾਵਾਂ ਜਿਹੜੀਆਂ ਆ ਉਹ ਸਾਰੀਆਂ ਪ੍ਰਭੂ ਆਪਣੇ ਉੱਪਰ ਲੈ ਲੈਂਦਾ ਆ। ਸੋ ਸਾਡੇ ਹਰੇਕ ਜੀਵਨ ਦੇ ਪਲ ਦੇ ਵਿੱਚ ਜੋ ਵੀ ਸਾਨੂੰ ਜੀਵਨ ਦੇ ਵਿੱਚ ਜਿਸ ਵੀ ਚੀਜ਼ ਦੀ ਜ਼ਰੂਰਤ ਆ, ਪ੍ਰਭੂ ਸਾਡੀਆਂ ਸਾਰੀਆਂ ਚੀਜ਼ਾਂ ਦਾ, ਸਾਡੀਆਂ ਸਾਰੀਆਂ ਗੱਲਾਂ ਦਾ ਇੰਤਜ਼ਾਮ ਪ੍ਰਭੂ ਆਪ ਕਰਦਾ ਆ ਜਦੋਂ ਅਸੀਂ ਪ੍ਰਭੂ ਲਈ ਜੀਨੇ ਆ। ਅੱਜ ਲੋਕ ਕਹਿੰਦੇ ਆ ਪ੍ਰਭੂ ਲਈ ਜੀਣਾ ਆ, ਪਰ ਜੀ ਆਪਣੇ ਲਈ ਰਹੇ। ਇਸੇ ਕਰਕੇ ਉਹਨਾਂ ਦੀਆਂ ਲੋੜਾਂ, ਜ਼ਰੂਰਤਾਂ ਜਿਹੜੀਆਂ ਆ ਉਹ ਪੂਰੀਆਂ ਨਹੀਂ ਹੁੰਦੀਆਂ ਸੋ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ। ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਮੈਂ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ। ਇਸ ਲਈ ਜਦੋਂ ਲਿਖਿਆ ਕਿ ਮੈਂ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ, ਫਿਰ ਸਾਨੂੰ ਪ੍ਰਭੂ ਪਿੱਛੇ ਚੱਲਣ ਵਾਲੇ ਲੋਕਾਂ ਨੂੰ ਮੰਗਣ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਕੀ ਚਾਹੀਦਾ। ਪਰ ਅੱਜ ਅਸੀਂ ਦੇਖਦੇ ਹਾਂ ਕਿ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕ ਮੰਗ ਕੇ ਪ੍ਰਭੂ ਦੇ ਕੋਲੋਂ ਲੈ ਰਹੇ ਆ, ਲੇਕਿਨ ਵਚਨ ਕਹਿ ਰਿਹਾ ਕਿ ਮੈਂ ਤੁਹਾਡੇ ਮੰਗਣ ਤੋਂ ਬਿਨਾਂ ਹੀ ਜਾਣਦਾ। ਸੋ ਇਹ ਹਾਲਾਤ ਅੱਜ ਕਿਉਂ ਆ? ਕਿਉਂਕਿ ਅੱਜ ਲੋਕ ਕਹਿੰਦੇ ਆ ਕਿ ਮੈਂ ਪ੍ਰਭੂ ਲਈ ਜੀਣਾ, ਪਰ ਜੀ ਆਪਣੇ ਲਈ ਹੀ ਰਹੇ ਆ। ਜਦੋਂ ਪ੍ਰਭੂ ਲਈ ਜੀਣਾ ਸ਼ੁਰੂ ਕਰ ਦੇਣਗੇ, ਫਿਰ ਕਦੀ ਸਾਨੂੰ ਕਹਿਣ ਦੀ ਪ੍ਰਭੂ ਨੂੰ ਲੋੜ ਨਹੀਂ ਆ, ਸਾਨੂੰ ਕਦੀ ਮੰਗਣ ਦੀ ਪ੍ਰਭੂ ਦੇ ਕੋਲੋਂ ਲੋੜ ਨਹੀਂ ਹੈ। ਸੋ ਪ੍ਰਭੂ ਦਾ ਦਾਸ ਕਹਿ ਰਿਹਾ ਕਿ ਮੈਂ ਜਿਉਣਾ ਵੀ ਪ੍ਰਭੂ ਲਈ ਅਤੇ ਮਰਨਾ ਵੀ ਪ੍ਰਭੂ ਲਈ ਆ। ਸੋ ਮੇਰੇ ਪਿਆਰੋ, ਪ੍ਰਭੂ ਲਈ ਜਦੋਂ ਜੀਣਾ ਅਸੀਂ ਸ਼ੁਰੂ ਕਰ ਦੇਵਾਂਗੇ ਅਤੇ ਹਰ ਇੰਤਜ਼ਾਮ ਸਾਡਾ ਪਰਮੇਸ਼ਰ ਸਾਡਾ ਆਪ ਕਰੂਗਾ। ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ। ਸੋ ਅੱਜ ਸਮੱਸਿਆ ਕੀ ਆ? ਅੱਜ ਅਸੀਂ ਆਪਣੀਆਂ ਚਿੰਤਾਵਾਂ ਦੇ ਵਿੱਚ ਪੈ ਕੇ, ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਪਏ ਹੋਏ ਹਾਂ, ਪਰ ਕਹਿ ਰਹੇ ਹਾਂ ਕਿ ਪ੍ਰਭੂ ਲਈ ਜੀਣਾ, ਪਰ ਜੀ ਆਪਣੇ ਲਈ ਰਿਹਾ। ਆਪਣੇ ਲਈ ਹੀ ਮੈਂ ਭੱਜ ਦੌੜ ਕਰਦਾ, ਆਪਣੇ ਲਈ ਚਿੰਤਾਵਾਂ ਪਰੇਸ਼ਾਨੀ 'ਚ ਬੈਠਾ, ਆਪਣੇ ਕੰਮਾਂ ਲਈ ਦੌੜ ਭੱਜ ਦੇ ਵਿੱਚ ਲੱਗਾ ਹੋਇਆ ਅਤੇ ਕਹੀ ਜਾ ਰਿਹਾ ਕਿ ਪ੍ਰਭੂ ਲਈ ਜੀਣਾ। ਸੋ ਮੇਰੇ ਪਿਆਰੋ, ਕਹਿਣ ਵਾਲੇ ਨਹੀਂ, ਅਸੀਂ ਕਰਨ ਵਾਲੇ ਬਣਨਾ ਆ। ਜਿੱਦਾਂ ਪ੍ਰਭੂ ਦਾ ਦਾਸ ਵੀ ਕਹਿ ਰਿਹਾ ਕਿ ਮੈਂ ਜਿਉਣਾ ਵੀ ਪ੍ਰਭੂ ਲਈ ਆ ਅਤੇ ਮਰਨਾ ਵੀ ਪ੍ਰਭੂ ਲਈ ਆ। ਸੋ ਪ੍ਰਭੂ ਦੇ ਦਾਸ ਪੌਲੁਸ ਦੇ ਜੀਵਨ ਨੂੰ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਚੱਲਦੇ ਹੋਏ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਉਹ ਪਰਮੇਸ਼ਰ ਨੂੰ ਸੌਂਪ ਦਿੱਤਾ। ਕਿੱਦਾਂ ਪ੍ਰਭੂ ਦੇ ਪਿੱਛੇ ਚੱਲਦੇ ਚੱਲਦੇ, ਕਸ਼ਟਾਂ ਦੇ ਵਿੱਚੋਂ, ਪਰੇਸ਼ਾਨੀਆਂ ਦੇ ਵਿੱਚੋਂ ਚੱਲਦੇ ਹੋਏ ਵੀ ਕਦੀ ਵੀ ਪ੍ਰਭੂ ਦਾ ਦਾਸ ਪੌਲੁਸ ਕਦੀ ਡੋਲਿਆ ਨਹੀਂ ਆ। ਕਾਰਨ ਕੀ ਆ? ਕਿਉਂਕਿ ਉਹ ਆਪਣੇ ਲਈ ਨਹੀਂ ਜਿੰਦਾ, ਉਹ ਪ੍ਰਭੂ ਲਈ ਜਿੰਦਾ। ਉਹਨੂੰ ਪਤਾ ਆ
ਜਿਸ ਪਰਮੇਸ਼ਰ ਦੇ ਪਿੱਛੇ ਮੈਂ ਚੱਲ ਰਿਹਾ ਹਾਂ, ਜਿਸ ਪਰਮੇਸ਼ਰ ਦੀ ਮੈਂ ਸੇਵਾ ਕਰ ਰਿਹਾ, ਇਹ ਪਰਮੇਸ਼ਰ ਕੋਈ ਮਾਮੂਲੀ ਪਰਮੇਸ਼ਰ ਨਹੀਂ ਹੈ। ਪੂਰੀ ਕਾਇਨਾਤ ਨੂੰ, ਪੂਰੀ ਯੂਨੀਵਰਸ ਨੂੰ ਬਣਾਉਣ ਵਾਲਾ ਪਰਮੇਸ਼ਰ ਆ। ਸੋ ਅੱਜ ਸਾਡੇ ਲੋਕ ਜਿਹੜੇ ਆਪਣੇ ਲਈ ਜੀਂਦੇ, ਇਹਨਾਂ ਨੂੰ ਪਰਮੇਸ਼ਰ ਦੀ ਪਹਿਚਾਣ ਨਾ ਹੋਣ ਦਾ ਕਰਕੇ ਇਹ ਕੀ ਆ, ਚਿੰਤਾਵਾਂ ਕਰਦੇ, ਪਰੇਸ਼ਾਨੀਆਂ ਕਰਦੇ। ਪਰ ਜਦੋਂ ਪ੍ਰਭੂ ਨੂੰ ਜਾਣਨ ਲਈ ਲੱਗ ਜਾਣਗੇ, ਪ੍ਰਭੂ ਨੂੰ ਸਮਝਣ ਲਈ ਲੱਗ ਜਾਣਗੇ, ਜਦੋਂ ਪ੍ਰਭੂ ਨੂੰ ਜਾਣ ਲੈਣਗੇ ਕਿ ਪ੍ਰਭੂ ਕੀ ਚੀਜ਼ ਆ, ਪ੍ਰਭੂ ਕਿੰਨਾ ਮਹਾਨ ਆ, ਅਤੇ ਉਦੋਂ ਫਿਰ ਇਹਨਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ। ਸੋ ਮੇਰੇ ਪਿਆਰੋ, ਅਗਰ ਪ੍ਰਭੂ ਲਈ ਜੀਣਾ ਆ ਤਾਂ ਫਿਰ ਅਸੀਂ ਪ੍ਰਭੂ ਲਈ ਜੀ ਕੇ ਲੋਕਾਂ ਨੂੰ ਦਿਖਾਉਣਾ। ਪ੍ਰਭੂ ਲਈ ਜੀਣ ਦਾ ਮਤਲਬ ਕੀ ਆ? ਮੇਰੇ ਜੀਵਨ ਦੇ ਵਿੱਚੋਂ, ਹਰ ਗੱਲ ਦੇ ਵਿੱਚੋਂ, ਹਰ ਕੰਮ ਦੇ ਵਿੱਚੋਂ ਪ੍ਰਭੂ ਦੀ ਮਹਿਮਾ ਪ੍ਰਗਟ ਹੋਣੀ ਆ। ਫਿਰ ਮੈਂ ਇਹ ਚਿੰਤਾ ਨਹੀਂ ਕਰਨੀ ਕਿ ਮੈਂ ਕੀ ਖਾਣਾ, ਕੀ ਪਹਿਨਣਾ, ਕੀ ਪੀਣਾ ਆ, ਮੇਰੇ ਬੱਚਿਆਂ ਦਾ ਕੀ ਬਣੂ, ਮੇਰੇ ਪਰਿਵਾਰ ਦਾ ਕੀ ਬਣੂ, ਮੇਰੇ ਰਿਸ਼ਤੇਦਾਰਾਂ ਦਾ ਕੀ ਬਣੂਗਾ। ਜਦੋਂ ਮੈਂ ਪ੍ਰਭੂ ਲਈ ਜੀਣਾ ਸ਼ੁਰੂ ਕਰ ਦੂੰਗਾ, ਜਦੋਂ ਮੈਂ ਪ੍ਰਭੂ ਦੇ ਕੰਮਾਂ ਵਿੱਚ ਲੱਗ ਜਾਊਂਗਾ, ਆਪਣਾ ਜੀਵਨ ਦੁਆ ਤਾਰੀਫ ਦਾ ਜੀਵਨ ਬਣਾਊਂਗਾ, ਵਚਨ ਪੜ੍ਹਨ ਦਾ ਜੀਵਨ ਬਣਾਊਂਗਾ, ਆਰਾਧਨਾ ਦਾ ਜੀਵਨ ਬਣਾਊਂਗਾ, ਜਦੋਂ ਪ੍ਰਭੂ ਦੇ ਨਾਲ ਵਫਾਦਾਰੀ ਨਾਲ ਚੱਲੂੰਗਾ ਅਤੇ ਪ੍ਰਭੂ ਮੇਰੀਆਂ ਹਰ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ। ਮੈਂ ਜੋ ਭੱਜ ਦੌੜ ਕਰਕੇ ਆਪਣੇ ਰਿਸ਼ਤੇਦਾਰਾਂ ਦੇ, ਆਪਣੇ ਭੈਣ ਭਰਾਵਾਂ ਦੀ, ਆਪਣੇ ਹੋਰ ਵੀ ਆਪਣੇ ਸਮਾਜ ਦੇ ਵਿੱਚ ਯਾਰਾਂ ਦੋਸਤਾਂ ਦੀ ਜੋ ਮਦਦ ਕਰਨਾ ਚਾਹੁੰਦਾ ਹਾਂ, ਅਗਰ ਮੈਂ ਪ੍ਰਭੂ ਤੋਂ ਹਟ ਕੇ ਕਰਨਾ ਚਾਹੁੰਦਾ ਹਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਮੈਂ ਪ੍ਰਭੂ ਦੇ ਨਾਲ ਵਫਾਦਾਰੀ ਨਾਲ ਬਣ ਕੇ ਜਦੋਂ ਚੱਲਦਾ ਹੋਊਗਾ ਤਾਂ ਪ੍ਰਭੂ ਮੇਰੇ ਦੁਆਰਾ ਕਰਵਾਊਗਾ ਸਾਰੇ ਇੰਤਜ਼ਾਮ। ਪ੍ਰਭੂ ਮਾफ़ ਕਰਨਾ, ਮੇਰੇ ਦੁਆਰਾ ਨਹੀਂ, ਪ੍ਰਭੂ ਆਪਣੇ ਆਪ ਉਹ ਸਾਰੇ ਇੰਤਜ਼ਾਮ ਕਰੂਗਾ ਜਦੋਂ ਮੈਂ ਪ੍ਰਭੂ ਲਈ ਜੀਣਾ ਸ਼ੁਰੂ ਹੋ ਜਾਊਂਗਾ। ਸੋ ਇੱਧਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੀਵਨ, ਜ਼ਿੰਦਗੀ ਦੇ ਬਾਰੇ ਆ। ਜ਼ਿੰਦਗੀ ਮੇਰੇ ਪਿਆਰੋ ਇੱਕ ਯਾਤਰਾ ਆ, ਇੱਕ ਸਫ਼ਰ ਆ। ਇਹ ਜਿਹੜਾ ਜ਼ਿੰਦਗੀ ਪ੍ਰਭੂ ਨੇ ਸਾਨੂੰ ਦਿੱਤੀ ਆ, ਸਾਨੂੰ ਇਸ ਸੰਸਾਰ ਦੇ ਵਿੱਚ ਰਹਿ ਕੇ, ਇਸ ਸੰਸਾਰ ਦੇ ਵਿੱਚ ਮੌਜਾਂ ਮਨਾਉਣ ਲਈ, ਐਸ਼ਾਂ ਕਰਨ ਲਈ ਪ੍ਰਭੂ ਨੇ ਸਾਨੂੰ ਇਹ ਜੀਵਨ ਨਹੀਂ ਦਿੱਤਾ। ਪ੍ਰਭੂ ਨੇ ਸਾਨੂੰ ਇਹ ਜੀਵਨ ਇਸ ਲਈ ਦਿੱਤਾ ਹੈ ਕਿ ਇਸ ਜੀਵਨ ਦੇ ਵਿੱਚੋਂ ਪ੍ਰਭੂ ਦੀ ਮਹਿਮਾ ਪ੍ਰਗਟ ਹੋਵੇ, ਲੋਕ ਸਾਡੇ ਜੀਵਨ ਦੇ ਵਿੱਚੋਂ ਪ੍ਰਭੂ ਨੂੰ ਦੇਖਣ, ਲੋਕ ਸਾਡੇ ਜੀਵਨ ਨੂੰ ਦੇਖ ਕੇ ਪ੍ਰਭੂ ਦੀ ਮਹਿਮਾ ਪ੍ਰਗਟ ਕਰਨ। ਪਰ ਅੱਜ ਹਾਲ ਕੀ ਹੋ ਗਿਆ? ਅੱਜ ਲੋਕਾਂ ਨੇ ਸਮਝ ਲਿਆ ਕਿ ਜੀਵਨ ਮਿਲਿਆ ਹੈ ਅਤੇ ਸ਼ਾਇਦ ਇਹਦੇ ਵਿੱਚ ਖਾਣਾ ਪੀਣਾ, ਮੌਜਾਂ ਮਨਾਉਣਾ, ਮਸਤੀ ਕਰਨਾ ਹੀ ਜੀਵਨ ਆ। ਪਰ ਮੇਰੇ ਪਿਆਰੋ, ਜੀਵਨ ਸਾਨੂੰ ਖਾਣ ਪੀਣ ਲਈ, ਮੌਜ ਮਨਾਉਣ ਲਈ, ਮਸਤੀਆਂ ਕਰਨ ਲਈ ਪਰਮੇਸ਼ਰ ਨੇ ਨਹੀਂ ਦਿੱਤਾ। ਜੀਵਨ ਪਰਮੇਸ਼ਰ ਨੇ ਇਸ ਲਈ ਦਿੱਤਾ ਹੈ ਕਿ ਸਾਡਾ ਜੀਵਨ ਦੇਖ ਕੇ ਲੋਕ ਉਸ ਸੱਚੇ ਪਰਮੇਸ਼ਰ ਦੀ ਆਰਾਧਨਾ ਕਰਨ, ਉਸ ਸੱਚੇ ਪਰਮੇਸ਼ਰ ਦੀ ਮਹਿਮਾ ਕਰਨ। ਹਾਲੇਲੂਇਆ। ਸੋ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ ਆਪਾਂ। ਹੁਣ ਜ਼ਿੰਦਗੀ ਦੇ ਵਿੱਚ ਜਦੋਂ ਦੇਖਦੇ ਹਾਂ ਅਤੇ ਅੱਜ ਕੀ ਮਾਹੌਲ ਆ, ਅੱਜ ਕੀ ਪ੍ਰਸਥਿਤੀ ਆ ਇਸ ਵਿਅਕਤੀ ਦੇ ਜੀਵਨ ਦੇ ਵਿੱਚ। ਜਦੋਂ ਇਹਨੂੰ ਸਫਲਤਾ ਮਿਲਦੀ ਆ ਉਦੋਂ ਇਹ ਬਹੁਤ ਖੁਸ਼ ਹੋ ਜਾਂਦਾ, ਪਰ ਜਦੋਂ ਇਹਦੇ ਜੀਵਨ 'ਚ ਇਹਨੂੰ ਅਸਫਲਤਾ ਮਿਲਦੀ ਉਦੋਂ ਇਹ ਨਿਰਾਸ਼ ਹੋ ਜਾਂਦਾ। ਸੋ ਮੇਰੇ ਪਿਆਰੋ, ਅਗਰ ਅਸੀਂ ਪ੍ਰਭੂ ਦੇ ਪਿੱਛੇ ਚੱਲਦੇ ਹਾਂ, ਪ੍ਰਭੂ ਨੂੰ ਸਮਝਦੇ ਹਾਂ, ਪ੍ਰਭੂ ਨੂੰ ਜਾਣਦੇ ਹਾਂ, ਪ੍ਰਭੂ ਦੇ ਨਾਲ ਚੱਲ ਰਹੇ ਹਾਂ, ਅਤੇ ਫਿਰ ਸਾਨੂੰ ਸਫਲਤਾ ਵੇਲੇ ਵੀ ਖੁਸ਼ੀ ਰਹਿਣੀ ਆ ਔਰ ਅਸਫਲਤਾ ਵੇਲੇ ਵੀ। ਪਰ ਅੱਜ ਅਸੀਂ ਕੀ ਦੇਖਦੇ? ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕ ਜਦੋਂ ਸਫਲਤਾ ਮਿਲਦੀ ਉਦੋਂ ਤਾਂ ਬਹੁਤ ਖੁਸ਼ ਹੁੰਦੇ ਆ, ਪਰ ਜਦੋਂ ਅਸਫਲਤਾ ਮਿਲਦੀ ਆ ਉਦੋਂ ਨਿਰਾਸ਼ ਔਰ ਹਤਾਸ਼ ਹੋ ਕੇ ਬੈਠ ਜਾਂਦੇ ਆ। ਪਰ ਜਿਹੜੇ ਪ੍ਰਭੂ ਦੇ ਨਾਲ ਚੱਲਦੇ, ਜਿਹੜੇ ਪ੍ਰਭੂ ਦੇ ਪਿੱਛੇ ਚੱਲਦੇ, ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਨੂੰ ਸੌਂਪਿਆ, ਔਰ ਉਹ ਹਰ ਹਾਲ 'ਚ ਪ੍ਰਭੂ ਦਾ ਧੰਨਵਾਦ ਕਰਨਗੇ, ਹਰ ਪਰਿਸਥਿਤੀ ਦੇ ਵਿੱਚ ਪ੍ਰਭੂ ਦਾ ਧੰਨਵਾਦ ਕਰਨਗੇ। ਇਕੱਲਾ ਸਫਲਤਾ ਵਿੱਚ ਨਹੀਂ, ਅਸਫਲਤਾ ਵੇਲੇ ਵੀ ਉਹ ਪ੍ਰਭੂ ਦਾ ਧੰਨਵਾਦ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਸ ਪਰਮੇਸ਼ਰ ਦੇ ਪਿੱਛੇ ਅਸੀਂ ਚੱਲ ਰਹੇ ਹਾਂ, ਇਹ ਉਹ ਪਰਮੇਸ਼ਰ ਆ ਜਿਹੜਾ ਮੇਰੇ ਜੰਮਣ ਤੋਂ ਲੈ ਕੇ ਮੇਰੇ ਮਰਨ ਤੱਕ ਦਾ ਸਭ ਕੁਝ ਜਾਣਦਾ। ਇਹ ਉਹ ਪਰਮੇਸ਼ਰ ਆ ਜਿਹਨੇ ਮੇਰੇ ਜੰਮਣ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਜੋ ਕੁਝ ਹੋਣਾ ਆ ਸਭ ਕੁਝ ਸੈੱਟ ਕਰਕੇ ਰੱਖਿਆ ਹੋਇਆ। ਉਹ ਵਿਅਕਤੀ ਕਦੀ ਵੀ ਕੀ ਨਹੀਂ ਕਰਦਾ, ਉਹ ਸਫਲਤਾ ਵੇਲੇ ਨਹੀਂ ਧੰਨਵਾਦ ਕਰਦਾ, ਅਸਫਲਤਾ ਵੇਲੇ ਵੀ ਧੰਨਵਾਦ ਕਰਦਾ ਹੈ। ਜਿਹਨੂੰ ਇਸ ਗੱਲ ਦਾ ਪਤਾ ਕਿ ਮੇਰੇ ਜੀਵਨ 'ਚ ਜੋ ਕੁਝ ਮੇਰਾ ਪ੍ਰਭੂ ਕਰਦਾ ਉਹ ਠੀਕ ਹੀ ਕਰਦਾ। ਸੋ ਅੱਜ ਵਚਨ ਨਾ ਜਾਣਨ ਦੇ ਕਾਰਨ, ਅੱਜ ਵਚਨ ਨਾ ਸਮਝਣ ਦੇ ਕਾਰਨ ਲੋਕ ਕੀ ਕਰ ਰਹੇ ਆ? ਲੋਕ ਅਸਫਲਤਾ ਵੇਲੇ ਤੇ ਨਿਰਾਸ਼ ਹੋ ਜਾਂਦੇ ਅਤੇ ਸਫਲਤਾ ਵੇਲੇ ਬੜਾ ਖੁਸ਼ ਹੋ ਜਾਂਦੇ ਆ। ਲੇਕਿਨ ਮੇਰੇ ਪਿਆਰੋ, ਜਿਹੜੇ ਪ੍ਰਭੂ ਦੇ ਪਿੱਛੇ ਚੱਲ ਰਹੇ, ਜਿਹੜੇ ਪ੍ਰਭੂ ਦੇ ਨਾਲ ਚੱਲ ਰਹੇ ਆ, ਇਹ ਸਫਲਤਾ ਵੇਲੇ ਵੀ ਪ੍ਰਭੂ ਦਾ ਧੰਨਵਾਦ ਕਰਦੇ ਆ ਔਰ ਅਸਫਲਤਾ ਵੇਲੇ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਸੋ ਆਓ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਣਾ ਆ ਜ਼ਿੰਦਗੀ ਦੇ ਬਾਰੇ। ਬਹੁਤ ਸਾਰੇ ਭੈਣ ਭਰਾਵਾਂ ਨੂੰ ਇੱਕ ਗਲਤ ਫਹਿਮੀ ਹੋ ਚੁੱਕੀ ਆ, ਕਿਉਂਕਿ ਜ਼ਿੰਦਗੀ ਦੀ ਮਹੱਤਤਾ ਨਾ ਪਤਾ ਹੋਣ ਦੇ ਕਾਰਨ ਅੱਜ ਲੋਕ ਲਾਪਰਵਾਹੀ ਦੇ ਨਾਲ ਜੀਵਨ ਗੁਜ਼ਾਰਦੇ ਆ, ਕਿਉਂਕਿ ਇਹਨਾਂ ਨੂੰ ਆਪਣੀ ਜ਼ਿੰਦਗੀ ਦੀ ਮਹੱਤਤਾ ਦਾ ਪਤਾ ਨਹੀਂ ਹੈ, ਜ਼ਿੰਦਗੀ ਕਿੰਨੀ ਖਾਸ ਆ। ਸੋ ਮੇਰੇ ਪਿਆਰੋ, ਜ਼ਿੰਦਗੀ ਜਿਹੜੀ ਸਾਨੂੰ ਕਦੀ ਬਾਰ-ਬਾਰ ਪਰਮੇਸ਼ਰ ਨਹੀਂ ਦਿੰਦਾ, ਜ਼ਿੰਦਗੀ ਸਾਨੂੰ ਇੱਕ ਵਾਰ ਹੀ ਦਿੰਦਾ ਹੈ ਪਰਮੇਸ਼ਰ। ਸੋ ਪ੍ਰਭੂ ਨੇ ਅਗਰ ਸਾਨੂੰ ਜ਼ਿੰਦਗੀ ਦਿੱਤੀ ਹੈ, ਅਤੇ ਮੈਂ ਇਸ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਣਾ, ਇਸ ਜ਼ਿੰਦਗੀ ਦੀ ਵੈਲਿਊ ਨੂੰ ਸਮਝਣਾ ਕਿ ਜ਼ਿੰਦਗੀ ਕਿੰਨੀ ਖਾਸ ਆ, ਕਿੰਨੀ ਇੰਪੋਰਟੈਂਟ ਆ ਇਹ ਜ਼ਿੰਦਗੀ। ਲੋਕ ਇਸ ਜ਼ਿੰਦਗੀ ਦੀ ਮਹੱਤਤਾ ਨੂੰ ਨਾ ਸਮਝਣ ਦੇ ਕਾਰਨ ਅੱਜ ਇੱਕ ਬੜੀ ਵੱਡੀ ਗਲਤ ਫਹਿਮੀ ਦੇ ਵਿੱਚ ਪਏ ਹੋਏ ਆ।
ਸੋ ਗਲਤਫਹਿਮੀ ਕੀ ਆ, ਆਈਏ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਹਾਂ। ਲੂਕਾ ਦੀ ਅੰਜੀਲ ਉਹਦਾ 12 ਅਧਿਆਏ ਉਹਦਾ 19 ਤੋਂ ਲੈ ਕੇ 21 ਵਚਨ ਤੱਕ। ਲੂਕਾ ਦੀ ਅੰਜੀਲ ਉਹਦਾ 12 ਅਧਿਆਏ ਉਹਦਾ 19 ਤੋਂ ਲੈ ਕੇ 21 ਵਚਨ। ਅੱਜ ਲੋਕਾਂ ਦੀ ਸੋਚ ਜ਼ਿੰਦਗੀ ਦੇ ਬਾਰੇ ਕੀ ਆ, ਇੱਕ ਜ਼ਿੰਦਗੀ ਦੇ ਬਾਰੇ ਗਲਤਫਹਿਮੀ ਹੋ ਗਈ ਕਿ ਇਹ ਜ਼ਿੰਦਗੀ ਸਾਨੂੰ ਕਾਹਦੇ ਲਈ ਮਿਲੀ ਆ। ਲੇਕਿਨ ਅਸੀਂ ਦੇਖਣਾ ਹੈ ਕਿ ਜ਼ਿੰਦਗੀ ਪ੍ਰਭੂ ਨੇ ਸਾਨੂੰ ਕਾਹਦੇ ਲਈ ਦਿੱਤੀ, ਪਰ ਲੋਕਾਂ ਦੀ ਸੋਚ ਕੀ ਹੈ ਉਸ ਗੱਲ ਨੂੰ ਦੇਖਣ ਜਾ ਰਹੇ ਹਾਂ। ਲੂਕਾ 12 ਦੀ 19 ਤੋਂ 21 ਵਚਨ। ਹਾਂਜੀ ਪੜ੍ਹੀਏ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ, ਬਹੁਤ ਵਰ੍ਹਿਆਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਇੱਧਰ ਪ੍ਰਭੂ ਦੇ ਵਚਨ ਦੇ ਵਿੱਚ ਇਸ ਘਟਨਾ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇੱਧਰ ਇਹ ਵਿਅਕਤੀ ਕੀ ਕਹਿ ਰਿਹਾ ਕਿ ਦੁਬਾਰਾ ਪੜ੍ਹੀਏ ਇਹਨੂੰ 19 ਤੋਂ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ, ਬਹੁਤ ਵਰ੍ਹਿਆਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਇੱਧਰ ਇੱਕ ਧਨੀ ਵਿਅਕਤੀ ਦੀ ਗੱਲ ਕਰ ਰਹੇ ਹਾਂ ਵੀ ਜਿਹੜਾ ਕਹਿ ਰਿਹਾ ਕਿ ਮੈਂ ਆਪਣੀ ਜਾਨ ਨੂੰ, ਮਤਲਬ ਆਪਣੇ ਆਪ ਨੂੰ ਆਖੂੰਗਾ ਕਿ ਹੇ ਮੇਰੀ ਜਾਨ, ਤੇਰੇ ਕੋਲ ਬੜੀ ਦੇਰ ਲਈ ਬੜਾ ਧਨ ਜਿਹੜਾ ਆ ਉਹ ਇਕੱਠਾ ਆ। ਸੁਖੀ ਰਹੋ ਜੀ, ਖਾ ਪੀ ਅਤੇ ਮੌਜ ਮਾਣ। ਬਸ ਠੀਕ ਹੈ ਜੀ। ਸੋ ਇੱਧਰ ਅਸੀਂ ਵਚਨ ਪੜ੍ਹਿਆ ਕਿ ਇਹ ਵਿਅਕਤੀ ਆਪਣੇ ਆਪ ਨੂੰ ਕੀ ਕਹਿ ਰਿਹਾ ਕਿ ਹੈ ਮੇਰੀ ਜਾਨ, ਤੇਰੇ ਕੋਲ ਬੜੀ ਦੇਰ ਲਈ ਬੜਾ ਧਨ ਇਕੱਠਾ ਆ, ਸੋ ਤੂੰ ਸੁਖੀ ਰਹਿ, ਮੌਜ ਮਨਾ ਔਰ ਖਾ ਪੀ। ਸੋ ਮੇਰੇ ਪਿਆਰੋ, ਅੱਜ ਸੰਸਾਰ ਦੇ ਵਿੱਚ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕਾਂ ਦੀ ਆਹ ਸੋਚ ਬਣ ਗਈ ਆ ਕਿ ਸ਼ਾਇਦ ਪ੍ਰਭੂ ਨੇ ਸਾਨੂੰ ਖਾਣ ਪੀਣ ਲਈ, ਸਾਨੂੰ ਮੌਜਾਂ ਮਨਾਉਣ ਲਈ ਔਰ ਸਾਨੂੰ ਕੀ ਹੈ ਤੀਸਰੀ ਗੱਲ, ਸੁਖੀ ਰਹੋ, ਹਾਂ ਸੁਖੀ ਰਹਿਣ ਲਈ ਬੁਲਾਇਆ। ਸੋ ਮੇਰੇ ਪਿਆਰੋ, ਇਹ ਤਿੰਨ ਗੱਲਾਂ ਨੂੰ ਜਦੋਂ ਅਸੀਂ ਵਚਨ ਦੇ ਵਿੱਚੋਂ ਦੇਖਦੇ, ਇੱਧਰ ਪਹਿਲੀ ਗੱਲ ਇਹ ਵਿਅਕਤੀ ਕਹਿ ਰਿਹਾ ਕਿ ਤੂੰ ਖਾ ਪੀ। ਸੋ ਮੇਰੇ ਪਿਆਰੋ, ਪ੍ਰਭੂ ਦਾ ਵਚਨ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਖਾਣਾ ਪੀਣਾ ਹੀ ਆ। ਸ਼ਾਇਦ ਜਿਹੜਾ ਅੱਜ ਸਾਨੂੰ ਜ਼ਿੰਦਗੀ ਮਿਲੀ ਹੈ ਸ਼ਾਇਦ ਖਾਣ ਪੀਣ ਲਈ ਮਿਲੀ ਹੈ। ਅਸੀਂ ਜਾਣਦੇ ਕਿ ਪ੍ਰਭੂ ਨੇ ਸਾਨੂੰ ਖਾਣ ਪੀਣ ਲਈ ਜ਼ਿੰਦਗੀ ਨਹੀਂ ਦਿੱਤੀ, ਦੁਨੀਆ ਜਿੰਦੀ ਆ ਖਾਣ ਦੇ ਲਈ। ਲੇਕਿਨ ਪ੍ਰਭੂ ਪਿੱਛੇ ਚੱਲਣ ਵਾਲੇ ਵਿਅਕਤੀ ਜਿਹੜੇ ਪ੍ਰਭੂ ਦੀ ਇੱਛਾ ਦੇ ਅਨੁਸਾਰ ਚੱਲ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਅਸੀਂ ਖਾਣ ਲਈ ਨਹੀਂ ਜੀਣਾ, ਅਸੀਂ ਓਨਾ ਕੁ ਖਾਣਾ ਜਿਹਦੇ ਨਾਲ ਅਸੀਂ ਜੀ ਸਕੀਏ, ਮਤਲਬ ਕਿ ਸਾਡਾ ਜੀਵਨ ਚੱਲ ਸਕੇ। ਸੋ ਅੱਜ ਲੋਕਾਂ ਦੀ ਸੋਚ ਕੀ ਬਣ ਗਈ ਆ ਕਿ ਸ਼ਾਇਦ ਖਾਣਾ ਪੀਣਾ ਜ਼ਿੰਦਗੀ ਆ, ਪਰ ਪ੍ਰਭੂ ਦਾ ਵਚਨ ਇਹ ਨਹੀਂ ਕਹਿੰਦਾ। ਪ੍ਰਭੂ ਦਾ ਵਚਨ ਕੀ ਕਹਿ ਰਿਹਾ ਕਿ ਖਾਣਾ ਪੀਣਾ ਪਰਮੇਸ਼ਰ ਦਾ ਰਾਜ ਨਹੀਂ ਆ, ਸਗੋਂ ਆਤਮਾ ਦੇ ਵਿੱਚ ਆਨੰਦ ਰਹਿਣਾ ਆ ਪਰਮੇਸ਼ਰ ਦਾ ਰਾਜ। ਪਰ ਅੱਜ ਦੁਨੀਆ ਦੀ ਸੋਚ ਕੀ ਆ, ਅੱਜ ਲੋਕਾਂ ਦੀ ਸੋਚ ਕੀ ਬਣ ਗਈ ਕਿ ਸ਼ਾਇਦ ਖਾਣਾ ਪੀਣਾ ਹੀ ਸਵਰਗ ਦਾ ਰਾਜ, ਉਹ ਖਾਣਾ ਪੀਣਾ ਹੀ ਸਭ ਕੁਛ ਆ। ਸ਼ਾਇਦ ਇਹ ਜ਼ਿੰਦਗੀ ਪਰਮੇਸ਼ਰ ਨੇ ਮੈਨੂੰ ਖਾਣ ਪੀਣ ਲਈ ਹੀ ਦਿੱਤੀ ਆ। ਸੋ ਮੇਰੇ ਪਿਆਰੋ, ਪਰਮੇਸ਼ਰ ਨੇ ਸਾਨੂੰ ਖਾਣ ਪੀਣ ਲਈ ਜ਼ਿੰਦਗੀ ਨਹੀਂ ਦਿੱਤੀ, ਓਨਾ ਕੁ ਖਾਣਾ ਜਿਹਦੇ ਨਾਲ ਜੀਵਨ ਚੱਲ ਸਕੇ। ਜ਼ਿੰਦਗੀ ਇਸ ਲਈ ਦਿੱਤੀ ਹੈ ਕਿ ਮੈਂ ਆਪਣੇ ਮਰਨ ਤੋਂ ਪਹਿਲਾਂ ਆਪਣੇ ਉਸ ਸਿਰਜਣਹਾਰ ਪਰਮੇਸ਼ਰ ਨੂੰ ਜਾਣ ਲਵਾਂ, ਉਸ ਪਰਮੇਸ਼ਰ ਨੂੰ ਸਮਝ ਲਵਾਂ ਜਿਹਨੇ ਮੈਨੂੰ ਜੀਵਨ ਦਿੱਤਾ, ਜਿਹੜਾ ਮੈਨੂੰ ਅੱਜ ਤੱਕ ਚਲਾ ਰਿਹਾ। ਉਸ ਪਰਮੇਸ਼ਰ ਦੀ ਇੱਛਾ, ਉਸ ਪਰਮੇਸ਼ਰ ਦੀ ਯੋਜਨਾ ਕੀ ਹੈ ਮੇਰੇ ਜੀਵਨ ਦੇ ਵਿੱਚ। ਸੋ ਪ੍ਰਭੂ ਨੇ ਖਾਣ ਪੀਣ ਲਈ ਨਹੀਂ ਬੁਲਾਇਆ। ਵਚਨ ਕਹਿ ਰਿਹਾ ਕਿ ਖਾਣਾ ਪੀਣਾ ਸਵਰਗ ਦਾ ਰਾਜ ਨਹੀਂ ਹੈ, ਸਗੋਂ ਆਤਮਾ ਦੇ ਵਿੱਚ ਆਨੰਦ ਰਹਿਣਾ ਆ ਸਵਰਗ ਦਾ ਰਾਜ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਖਾਣਾ ਪੀਣਾ ਬੰਦ ਕਰ ਦੇਣਾ ਅਤੇ ਭੁੱਖੇ ਰਹਿਣਾ ਆ। ਸੋ ਮੇਰੇ ਪਿਆਰੋ, ਖਾਣਾ ਪੀਣਾ ਮੈਂ ਦੱਸ ਚੁੱਕਾ, ਓਨਾ ਕੁ ਖਾਣਾ ਜਿਹਦੇ ਨਾਲ ਸਾਡਾ ਜੀਵਨ ਕੀ ਹੋ ਸਕੇ, ਜ਼ਿੰਦਗੀ ਸਾਡਾ ਚੱਲ ਸਕੇ, ਸਾਡਾ ਸਰੀਰ, ਓਨਾ ਕੁ। ਦੂਸਰੀ ਗੱਲ ਕੀ ਕਹਿ ਰਿਹਾ ਕਿ ਮੌਜ ਮਨਾਉਣਾ। ਸੋ ਮੇਰੇ ਪਿਆਰੋ, ਮੈਂ ਵੀ ਗੱਲ ਦੱਸਣਾ ਚਾਹੁੰਦਾ ਕਿ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕਾਂ ਨੂੰ ਮੌਜ ਮਨਾਉਣ ਦੀ ਕੋਈ ਆਪਣਾ ਪਰਮਿਸ਼ਨ ਨਹੀਂ ਆ, ਕੋਈ ਮੌਜ ਮਨਾਉਣ ਦਾ ਵਚਨ ਨਹੀਂ ਹੈ। ਪ੍ਰਭੂ ਦਾ ਵਚਨ ਸਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਜੋਏ ਕਰੋ, ਤੁਸੀਂ ਮੌਜਾਂ ਮਨਾਓ। ਪਰ ਅੱਜ ਅਸੀਂ ਦੇਖਦੇ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕ ਕੀ ਕਰ ਰਹੇ ਆ ਆਪਣੀ ਜ਼ਿੰਦਗੀ ਵਿੱਚ। ਅੱਜ ਇੰਜੋਏ ਕਰਦੇ ਆ, ਆਪਣੀ ਜ਼ਿੰਦਗੀ 'ਚ ਮੌਜਾਂ ਮਨਾਉਂਦੇ। ਹੁਣ ਮੌਜਾਂ ਔਰ ਇੰਜੋਏ ਕਿੰਨੇ ਪ੍ਰਕਾਰ ਦੇ ਕਿੱਦਾਂ ਮਨਾਉਂਦੇ ਆ, ਸੋ ਤੁਸੀਂ ਜਾਣਦੇ ਆ। ਲੇਕਿਨ ਪਰਮੇਸ਼ਰ ਦਾ ਵਚਨ ਸਾਨੂੰ ਮੌਜ ਮਨਾਉਣ ਲਈ ਨਹੀਂ ਕਹਿੰਦਾ। ਪਰਮੇਸ਼ਰ ਦਾ ਵਚਨ ਸਾਨੂੰ ਗੰਭੀਰਤਾ ਦਾ ਜੀਵਨ, ਸਾਨੂੰ ਇੱਕ ਪਵਿੱਤਰਤਾ ਦਾ ਜੀਵਨ, ਸਾਨੂੰ ਇੱਕ ਸ਼ਾਂਤਮਈ ਦਾ ਜੀਵਨ ਗੁਜ਼ਾਰਨ ਲਈ ਕਹਿੰਦਾ ਹੈ ਕਿ ਹਰ ਵਕਤ ਸਾਡਾ ਧਿਆਨ ਜਿਹੜਾ ਆ ਪ੍ਰਭੂ ਦੇ ਵਚਨਾਂ ਉੱਤੇ ਰਵੇ, ਪ੍ਰਭੂ ਦੀ ਇੱਛਾ ਵੱਲ ਰਵੇ, ਪ੍ਰਭੂ ਦੇ ਕੰਮਾਂ ਦੇ ਵਿੱਚ ਲੱਗਾ ਰਵੇ। ਇੰਜੋਏ ਕਰਨਾ, ਮੇਰਾ ਬੋਲਣ ਦਾ ਮਤਲਬ ਕੀ ਆ, ਇੰਜੋਏ ਕਰਨਾ ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈ। ਤਾਂ ਪ੍ਰਭੂ ਦੇ ਲੋਕਾਂ ਦਾ ਕੰਮ ਇੰਜੋਏ ਕਰਨਾ ਨਹੀਂ ਆ। ਪ੍ਰਭੂ ਦੇ ਲੋਕਾਂ ਦਾ ਕੰਮ ਆ ਆਪਣੇ ਜੀਵਨ 'ਚੋਂ ਆਪਣੇ ਪ੍ਰਭੂ ਦੀ ਮਹਿਮਾ ਨੂੰ ਪ੍ਰਗਟ ਕਰਨਾ ਆ। ਸੋ ਅੱਜ ਸੋਚ ਕੀ ਬਣ ਗਈ ਹੈ ਲੋਕਾਂ ਦੀ, ਸ਼ਾਇਦ ਜ਼ਿੰਦਗੀ ਇਸ ਲਈ ਮਿਲੀ ਕਿ ਇਹਨੂੰ ਇੰਜੋਏ ਕਰੀਏ। ਬਹੁਤ ਸਾਰੇ ਦੁਨੀਆ ਦੇ ਵਿੱਚ ਲੋਕ ਆ ਜਿਹੜੇ ਇਹੀ ਕਹਿੰਦੇ ਆ ਕਿ ਜ਼ਿੰਦਗੀ ਮਿਲੀ, ਖਾਓ ਪੀਓ ਮੌਜ ਮਨਾਓ, ਇੰਜੋਏ ਕਰੋ,
ਕੋਈ ਨਹੀਂ, ਜਦੋਂ ਕਹਿੰਦੇ ਜਦੋਂ ਬੁਢਾਪਾ ਆਊਗਾ ਉਦੋਂ ਰੱਬ ਰੱਬ ਕਰ ਲਿਓ, ਤੇ ਤੁਹਾਨੂੰ ਜਵਾਨੀ ਵਿੱਚ ਤੇ ਇੰਜੋਏ ਕਰਨਾ ਚਾਹੀਦਾ, ਮੌਜਾਂ ਮਨਾਉਣੀਆਂ ਚਾਹੀਦੀਆਂ। ਸਾਨੂੰ ਵੀ ਕਈ ਐਸੇ ਸ਼ਖਸ ਮਿਲਦੇ ਆ ਜਿਹੜੇ ਸਾਡੇ ਵੱਲ ਦੇਖਦੇ ਤੇ ਸਾਨੂੰ ਕਹਿੰਦੇ ਆ ਵੀ ਤੁਸੀਂ ਜਵਾਨੀ ਵਿੱਚ ਕਿਹੜੇ ਕੰਮਾਂ ਵਿੱਚ ਲੱਗ ਗਏ ਆ, ਤੁਸੀਂ ਆਪਣੀ ਜਵਾਨੀ ਨੂੰ ਖਰਾਬ ਕਰ ਰਹੇ ਆ, ਤੁਸੀਂ ਕੀ ਕਰੋ, ਇੰਜੋਏ ਕਰੋ, ਮੌਜਾਂ ਮਨਾਓ, ਜਦੋਂ ਬੁੱਢੇ ਹੋਵੋਗੇ ਬੁਢਾਪਾ ਆਊਗਾ ਉਦੋਂ ਰੱਬ ਰੱਬ ਕਰਿਓ। ਬੁਢਾਪਾ ਹੋ ਕੇ ਰੱਬ ਕਰਨ ਦਾ ਟਾਈਮ ਆ, ਹੁਣ ਤੇ ਤੁਹਾਨੂੰ ਐਸ਼ਾ ਕਰਨ ਦਾ ਟਾਈਮ ਆ। ਇਹ ਦੁਨੀਆ ਦੀ ਸੋਚ ਅੱਜ ਬਣ ਗਈ ਹੈ। ਦੁਨੀਆ ਦੇ ਨਾਲ ਨਾਲ ਅੱਜ ਮਸੀਹੀ ਸਮਾਜ ਦਾ ਵੀ ਮੇਰੇ ਪਿਆਰੋ ਇਹ ਸੋਚ ਬਣ ਚੁੱਕੀ ਹੈ। ਸੋ ਮੈਂ ਦੱਸਣਾ ਚਾਹੁੰਦਾ ਕਿ ਇੰਜੋਏ ਕਰਨਾ, ਮੌਜਾਂ ਮਨਾਉਣੀਆਂ ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈ। ਨੰਬਰ 1 ਅਸੀਂ ਪੜ੍ਹਿਆ, ਕੀ ਪੜ੍ਹਿਆ ਸੀ ਇੱਧਰੋਂ, ਸੁਖੀ ਰਹੋ। ਸੁਖੀ ਰਹਿਣਾ ਪਰਮੇਸ਼ਰ ਦਾ, ਇਹ ਨਹੀਂ ਸੁਖੀ ਰਹਿਣਾ ਇਸ ਤੋਂ ਪਹਿਲਾਂ ਪੜ੍ਹਿਆ ਆਪਾਂ, ਦੁਬਾਰਾ ਪੜ੍ਹ ਦੋ ਉਹਨੂੰ, ਲੂਕਾ 12:19। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ, ਬਹੁਤ ਵਰ੍ਹਿਆਂ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ ਜੀ, ਸੁਖੀ ਰਹੋ। ਹਾਂ, ਸੁਖੀ ਰੋ ਦੀ ਗੱਲ ਆ ਰਹੀ ਹੈ। ਸੁਖੀ ਰਹਿਣ ਦੇ ਲਈ ਪਹਿਲੀ ਗੱਲ ਨਹੀਂ ਸੀ ਪੜ੍ਹੀ ਆਪਾਂ, ਸੁਖੀ ਰਹੋ, ਮੈਂ ਖਾ ਪੀ ਅਤੇ ਮੌਜ ਮਾਣ। ਹਾਂਜੀ, ਪਹਿਲੀ ਗੱਲ ਆਪਾਂ ਖਾਣ ਪੀਣ ਦੀ ਕਰ ਰਹੇ ਸੀਗੇ। ਪਹਿਲਾ ਨੰਬਰ 1 ਆਪਾਂ ਦੇਖ ਲਿਆ ਕਿ ਖਾਣ ਪੀਣ ਲਈ ਪਰਮੇਸ਼ਰ ਨੇ ਨਹੀਂ ਬੁਲਾਇਆ। ਹੁਣ ਦੂਸਰੀ ਗੱਲ ਦੇਖਿਆ, ਮੌਜ ਮਨਾਉਣ ਲਈ ਪਰਮੇਸ਼ਰ ਨੇ ਨਹੀਂ ਬੁਲਾਇਆ। ਹੁਣ ਤੀਸਰੀ ਗੱਲ ਇਹਦੇ ਵਿੱਚੋਂ ਕੀ ਸੀਗਾ, ਸੁਖੀ ਰਹਿਣ ਲਈ। ਸੋ ਮੇਰੇ ਪਿਆਰੋ, ਅੱਜ ਦੁਨੀਆ ਦੀ ਸੋਚ ਵੀ, ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕਾਂ ਦੀ ਵੀ ਸੋਚ ਸ਼ਾਇਦ ਇਹੀ ਬਣ ਗਈ ਹੈ ਕਿ ਸ਼ਾਇਦ ਅਸੀਂ ਸੁਖੀ ਰਹਿਣਾ ਹੈ, ਸੁੱਖ ਭਾਲਦੇ ਆ। ਸੋ ਅਸੀਂ ਦੇਖਦੇ ਹੋਏ ਪ੍ਰਭੂ ਪਿੱਛੇ ਲੋਕ ਕਿਉਂ ਚੱਲ ਰਹੇ ਆ, ਆਪਣੀ ਜ਼ਿੰਦਗੀ 'ਚ ਸੁੱਖ ਲੱਭਦੇ ਆ। ਜੇ ਚਰਚ ਵਿੱਚ ਜਾਂਦੇ ਆ ਜਾਂ ਸੰਗਤੀਆਂ ਵਿੱਚ ਜਾਂਦੇ ਤਾਂ ਇੱਕੋ ਹੀ ਰੀਜ਼ਨ ਆ ਜਾਣ ਦਾ, ਮੇਰੇ ਵਿਗੜੇ ਕੰਮ ਬਣ ਜਾਣੇ ਚਾਹੀਦੇ ਆ, ਮੇਰਾ ਵੀਜ਼ਾ ਲੱਗ ਜਾਣਾ ਚਾਹੀਦਾ ਆ, ਮੈਨੂੰ ਚੰਗਾਈ ਮਿਲਣੀ ਚਾਹੀਦੀ, ਮੈਨੂੰ ਬਰਕਤ ਮਿਲਣੀ ਚਾਹੀਦੀ, ਮੇਰੇ ਕੰਮ ਧੰਦੇ ਸਹੀ ਹੋਣੇ ਚਾਹੀਦੇ, ਮੇਰਾ ਸਭ ਕੁਛ ਜੀਵਨ ਦਾ ਜੋ ਵੀ ਧਰਮ ਆ ਉਹ ਸਭ ਕੁਛ ਠੀਕ ਹੋਣਾ ਚਾਹੀਦਾ, ਵਧੀਆ ਚੱਲਣਾ ਚਾਹੀਦਾ। ਸੋ ਲੋਕ ਪਰਮੇਸ਼ਰ ਪਿੱਛੇ ਚੱਲਦੇ ਆ ਸੁੱਖ ਲੈਣ ਲਈ, ਲੇਕਿਨ ਪ੍ਰਭੂ ਦਾ ਵਚਨ ਸਾਨੂੰ ਇਹ ਨਹੀਂ ਦੱਸਦਾ ਕਿ ਸਾਨੂੰ ਪ੍ਰਭੂ ਪਿੱਛੇ ਚੱਲਣਾ ਹੈ ਅਤੇ ਸੁੱਖ ਲੈਣ ਲਈ ਚੱਲਣਾ ਸੀ। ਪ੍ਰਭੂ ਦੇ ਵਚਨ ਦੇ ਜਦੋਂ ਅਸੀਂ ਪਤਰਸ ਦੀ ਕਿਤਾਬ ਪੜ੍ਹਦੇ, ਉੱਧਰ ਪਤਰਸ ਪ੍ਰਭੂ ਦਾ ਦਾਸ ਕੀ ਕਹਿ ਰਿਹਾ, ਪਤਰਸ ਪ੍ਰਭੂ ਦਾ ਦਾਸ ਦੱਸਦਾ ਹੈ ਕਿ ਪ੍ਰਭੂ ਦਾ ਦਾਸ ਪਤਰਸ ਕਹਿ ਰਿਹਾ ਕਿ ਜਿੱਦਾਂ ਮਸੀਹ ਨੇ ਸਰੀਰ ਦੇ ਵਿੱਚ ਦੁੱਖ ਝੱਲਿਆ, ਸੋ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ। ਸੋ ਮੇਰੇ ਪਿਆਰੋ, ਪਤਰਸ ਪ੍ਰਭੂ ਦਾ ਦਾਸ ਸਾਫ਼-ਸਾਫ਼ ਕਹਿ ਰਿਹਾ ਕਿ ਜਿੱਦਾਂ ਮਸੀਹ ਨੇ ਦੁੱਖ ਝੱਲਿਆ, ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ। ਮਤਲਬ ਕੀ ਹੈ, ਤੁਸੀਂ ਵੀ ਸਰੀਰ ਦੇ ਵਿੱਚ ਅਗਰ ਦੁੱਖ ਹੁੰਦਾ ਤਾਂ ਪ੍ਰਭੂ ਦਾ ਧੰਨਵਾਦ ਕਰੋ। ਪ੍ਰਭੂ ਨੇ ਕਿਸੇ ਕਾਰਨ ਤੋਂ ਦੁੱਖ ਲੈ ਕੇ ਆਇਆ, ਉਹ ਇਸ ਦੁੱਖ ਦੁਆਰਾ ਸਾਨੂੰ ਕੁਝ ਸਿਖਾਉਣਾ ਚਾਹੁੰਦਾ, ਸਾਨੂੰ ਕੁਝ ਸਮਝਾਉਣਾ ਚਾਹੁੰਦਾ। ਪਰ ਅੱਜ ਲੋਕ ਦੁੱਖ ਨੂੰ ਸਮਝਣ ਦੀ ਬਜਾਏ ਦੁੱਖ ਤੋਂ ਭੱਜਦੇ ਆ। ਸੋ ਪ੍ਰਭੂ ਨੇ ਅਗਰ ਭੇਜਿਆ, ਸੋ ਪ੍ਰਭੂ ਦੀ ਕੁਛ ਇੱਛਾ ਆ, ਪ੍ਰਭੂ ਦੀ ਕੁਛ ਯੋਜਨਾ ਆ, ਉਹ ਸਾਨੂੰ ਕੋਈ ਨਾ ਕੁਛ ਸਿਖਾਉਣਾ ਚਾਹੁੰਦਾ, ਸਮਝਾਉਣਾ ਚਾਹੁੰਦਾ। ਪਰ ਅੱਜ ਲੋਕ ਦੁੱਖ ਹੋਣ ਦੇ ਵੇਲੇ ਨਾਲ ਹੀ ਪ੍ਰਾਰਥਨਾ ਕਰਵਾਉਂਦੇ ਆ, ਚਰਚਾਂ 'ਚ ਜਾਂਦੇ ਇਸ ਲਈ ਕਿ ਸਾਡਾ ਦੁੱਖ ਪਰੇਸ਼ਾਨੀ ਦੂਰ ਹੋ ਜਾਵੇ। ਲੇਕਿਨ ਪ੍ਰਭੂ ਦਾ ਵਚਨ ਸਾਨੂੰ ਕੀ ਨਹੀਂ ਕਹਿੰਦਾ, ਸਾਨੂੰ ਸੁਖੀ ਰਹਿਣ ਲਈ ਨਹੀਂ ਕਹਿੰਦਾ ਕਿ ਤੂੰ ਸੁਖੀ ਰਹਿ। ਪ੍ਰਭੂ ਦਾ ਵਚਨ ਕੀ ਕਹਿੰਦਾ, ਹਰ ਹਾਲ ਦੇ ਵਿੱਚ ਤੂੰ ਪ੍ਰਭੂ ਦਾ ਕੀ ਕਰ, ਧੰਨਵਾਦ ਕਰ, ਚਾਹੇ ਸੁੱਖ ਆ ਚਾਹੇ ਦੁੱਖ ਆ। ਸੋ ਮੈਨੂੰ ਪ੍ਰਭੂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਆ। ਸੋ ਇੱਧਰ 3 ਗੱਲਾਂ 'ਤੇ ਅਸੀਂ ਦੇਖ ਰਹੇ ਹਾਂ। ਕੀ ਕਹਿ ਰਿਹਾ ਹੈ, ਮੇਰੀ ਜਾਨ ਤੂੰ ਸੁਖੀ ਰਹਿ, ਖਾ ਪੀ ਅਤੇ ਮੌਜ ਮਨਾ। ਸੋ ਇਹਨਾਂ 3 ਗੱਲਾਂ ਨੂੰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਨੰਬਰ 1, ਸੁਖੀ ਰਹਿਣ ਲਈ ਪਰਮੇਸ਼ਰ ਦਾ ਵਚਨ ਸਾਨੂੰ ਨਹੀਂ ਕਹਿੰਦਾ। ਸੁੱਖ ਭਾਲਣਾ ਇੱਕ ਮਸੀਹੀ ਵਿਅਕਤੀ ਦਾ ਕੰਮ ਨਹੀਂ ਹੈ। ਮਸੀਹੀ ਵਿਅਕਤੀ ਦਾ ਕੰਮ ਕੀ ਆ ਕਿ ਪ੍ਰਭੂ ਦੀ ਇੱਛਾ ਨੂੰ ਭਾਲਣਾ। ਮੈਂ ਸੁੱਖ ਨਹੀਂ ਭਾਲਣਾ, ਪ੍ਰਭੂ ਦੀ ਇੱਛਾ ਨੂੰ। ਜੋ ਵੀ ਸੁੱਖ ਦੁੱਖ ਮੇਰੇ ਜੀਵਨ 'ਚ ਪਰਮੇਸ਼ਰ ਨੇ ਜੋ ਤੈਅ ਕੀਤਾ ਹੋਣਾ ਆ, ਉਹਦੇ ਤੋਂ ਮੈਂ ਭੱਜ ਨਹੀਂ ਸਕਦਾ। ਸੋ ਮੈਂ ਭੱਜਣਾ ਆ ਉਹਦੀ ਇੱਛਾ ਨੂੰ ਭਾਲਣਾ, ਸੁੱਖ ਨੂੰ ਨਹੀਂ ਭਾਲਣਾ। ਦੂਸਰਾ, ਖਾਣਾ ਪੀਣਾ ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈ। ਪਰਮੇਸ਼ਰ ਦੇ ਲੋਕਾਂ ਦਾ ਕੰਮ ਕੀ ਆ, ਆਤਮਾ ਦੇ ਵਿੱਚ ਆਨੰਦ ਰਹਿਣਾ ਆ। ਸੋ ਤੀਸਰੀ ਗੱਲ ਕੀ ਆ, ਮੌਜ ਮਨਾਉਣਾ। ਮੌਜ ਮਨਾਉਣਾ ਵੀ ਪਰਮੇਸ਼ਰ ਦੇ ਲੋਕਾਂ ਦਾ ਕੀ ਨਹੀਂ ਆ, ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈ ਮੇਰੇ ਪਿਆਰੋ। ਸੋ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਇੱਕ ਵਿਅਕਤੀ ਦੇ ਬਾਰੇ ਦੇਖਣ ਜਾ ਰਹੇ ਹਾਂ। ਜ਼ਿੰਦਗੀ ਦੀ ਗੱਲ ਕਰ ਰਹੇ ਹਾਂ। ਜ਼ਿੰਦਗੀ ਕਿੰਨੀ ਖਾਸ ਆ, ਕਿੰਨੀ ਇੰਪੋਰਟੈਂਟ ਆ, ਕਿੰਨੀ ਮਹੱਤਵਪੂਰਨ ਇਹ ਜ਼ਿੰਦਗੀ ਆ। ਔਰ ਇਹ ਜ਼ਿੰਦਗੀ ਪਰਮੇਸ਼ਰ ਸਾਨੂੰ ਬਾਰ-ਬਾਰ ਨਹੀਂ ਦਿੰਦਾ, ਇੱਕ ਵਾਰ ਹੀ ਜ਼ਿੰਦਗੀ ਮਿਲਦੀ ਆ। ਸੋ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਸ਼ਖਸ ਦੇ ਵੱਲ ਮੈਂ ਜਾ ਰਿਹਾ, ਇੱਕ ਵਿਅਕਤੀ ਦੇ ਬਾਰੇ ਦੇਖਣ ਚੱਲੇ ਹਾਂ। ਔਰ ਉਹ ਕੋਈ ਮਾਮੂਲੀ ਵਿਅਕਤੀ ਨਹੀਂ ਆ, ਪ੍ਰਭੂ ਦੇ ਵਚਨ 'ਚ ਮਸ਼ਹੂਰ ਵਿਅਕਤੀ ਆ, ਮਸ਼ਹੂਰ ਉਹਦਾ ਰੁਤਬਾ ਆ, ਉਹਦਾ ਨਾਮ ਆ। ਸੋ ਦੇਖਦੇ ਹਾਂ ਉਹ ਵਿਅਕਤੀ ਜ਼ਿੰਦਗੀ ਦੇ ਬਾਰੇ ਕੀ ਕਹਿ ਰਿਹਾ, ਥੋੜ੍ਹਾ ਜਿਹਾ ਅਸੀਂ ਉਹਨੂੰ ਵੀ ਸਮਝਦੇ ਹਾਂ। ਉਪਦੇਸ਼ਕ ਦੀ ਕਿਤਾਬ ਉਹਦਾ 1 ਅਧਿਆਏ ਉਹਦਾ 2 ਔਰ 4 ਵਚਨ। ਉਪਦੇਸ਼ਕ ਦੀ ਕਿਤਾਬ ਉਹਦਾ 1 ਅਧਿਆਏ ਉਹਦਾ 2 ਔਰ 4 ਵਚਨ। ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ ਜੀ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ। ਸੋ ਇੱਧਰ
ਮੇਰੇ ਪਿਆਰੋ, ਪ੍ਰਭੂ ਦਾ ਵਚਨ ਅਸੀਂ ਪੜ੍ਹ ਰਹੇ ਹਾਂ, ਉਪਦੇਸ਼ਕ 1 ਅਧਿਆਇ ਉਹਦਾ 2 ਔਰ 4। ਇੱਧਰ ਸੁਲੇਮਾਨ ਰਾਜਾ ਕੀ ਕਹਿ ਰਿਹਾ ਕਿ ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ ਔਰ ਸਭ ਕੁਛ ਵਿਅਰਥ ਆ। ਸੋ ਸੁਲੇਮਾਨ ਰਾਜਾ ਕੋਈ ਮਾਮੂਲੀ ਰਾਜਾ ਨਹੀਂ ਆ। ਜੀਵਨ ਦੇ ਵਿੱਚ ਇਹਨੂੰ ਹਰ ਇੱਕ ਚੀਜ਼ ਮਿਲੀ ਆ। ਪਰਮੇਸ਼ਰ ਨੇ ਕਿਸੇ ਵੀ ਗੱਲ ਤੋਂ ਇਹਨੂੰ ਵਾਂਝਾ ਨਹੀਂ ਰਹਿਣ ਦਿੱਤਾ, ਕਿਸੇ ਵੀ ਗੱਲ ਤੋਂ ਤਰਸਾਇਆ ਨਹੀਂ। ਹਰ ਇੱਕ ਜੀਵਨ 'ਚ ਜੋ ਵੀ ਚੀਜ਼ ਦੀ ਜ਼ਰੂਰਤ ਆ ਸੁਲੇਮਾਨ ਦੇ ਕੋਲ ਆ। ਸੁਲੇਮਾਨ ਕੋਲ ਜੀਵਨ ਦੀ ਹਰ ਇੱਕ ਚੀਜ਼ ਦਾ ਅਨੁਭਵ ਆ। ਜੋ ਇੱਕ ਵਿਅਕਤੀ ਜਿਸ ਚੀਜ਼ਾਂ ਨੂੰ ਤਰਸਦਾ ਹੈ, ਸਭ ਕੁਝ ਸੁਲੇਮਾਨ ਕੋਲ ਆ। ਸੁਲੇਮਾਨ ਨੇ ਉਹਨਾਂ ਚੀਜ਼ਾਂ ਦਾ ਆਨੰਦ ਲਿਆ, ਉਹਨਾਂ ਚੀਜ਼ਾਂ ਦਾ ਲੁਤਫ ਲਿਆ, ਉਹਨਾਂ ਚੀਜ਼ਾਂ ਵਿੱਚੋਂ ਲੰਘ ਕੇ ਸੁਲੇਮਾਨ ਕੀ ਕਹਿ ਰਿਹਾ, ਅਨੁਭਵ ਆ, ਅਨੁਭਵ ਦੇ ਵਿੱਚੋਂ ਲੰਘਿਆ। ਹਰ ਇੱਕ ਚੀਜ਼ ਉਹਦੇ ਜ਼ਿੰਦਗੀ 'ਚ ਪ੍ਰਭੂ ਨੇ ਉਹਨੂੰ ਦਿੱਤੀ ਆ। ਅਤੇ ਜਦੋਂ ਦਿੱਤੀ ਆ ਅਤੇ ਸਾਰੀਆਂ ਚੀਜ਼ਾਂ ਦਾ ਆਨੰਦ ਲੈਣ ਤੋਂ ਬਾਅਦ ਸੁਲੇਮਾਨ ਕੀ ਕਹਿ ਰਿਹਾ, ਕਹਿੰਦਾ ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ ਔਰ ਸਭ ਕੁਛ ਕੀ ਆ, ਵਿਅਰਥ ਆ। ਸੋ ਉੱਪਰ ਜਿਹੜਾ ਅਸੀਂ 3 ਗੱਲਾਂ ਪੜ੍ਹੀਆਂ ਸੀਗੀਆਂ, ਇਹਦਾ ਮਤਲਬ ਫਿਰ ਖਾਣਾ ਪੀਣਾ ਵੀ ਵਿਅਰਥ ਆ। ਅਤੇ ਯਾਦ ਰੱਖਣਾ, ਮੈਂ ਇਹ ਨਹੀਂ ਕਹਿ ਰਿਹਾ ਕਿ ਖਾਣਾ ਪੀਣਾ ਨਹੀਂ, ਭੁੱਖੇ ਰਹਿਣਾ, ਇਹ ਕਹਿਣਾ ਮੇਰਾ ਮਤਲਬ ਨਹੀਂ ਹੈ। ਹੁਣ ਜਦੋਂ ਇੱਧਰ ਕਹਿ ਰਿਹਾ ਕਿ ਮਤਲਬ ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਛ ਵਿਅਰਥ, ਖਾਣਾ ਪੀਣਾ ਵੀ ਵਿਅਰਥ ਜੇ ਇੱਕ ਵਿਅਕਤੀ ਖਾਣ ਪੀਣ 'ਤੇ ਧਿਆਨ ਰੱਖਦਾ। ਦੂਸਰਾ, ਮੌਜ ਮਨਾਉਣਾ ਵੀ ਵਿਅਰਥ ਹੈ ਜੇ ਇੱਕ ਵਿਅਕਤੀ ਮੌਜਾਂ ਹੀ ਮਨਾਈ ਜਾਂਦਾ। ਤੀਸਰਾ, ਸੁਖੀ ਰਹਿਣਾ, ਜੇ ਕੋਈ ਸੁਖੀ ਭਾਲਣ 'ਤੇ ਰਿਹਾ ਤਾਂ ਮੇਰੇ ਪਿਆਰੋ ਇਹ ਵੀ ਕੀ ਆ, ਵਿਅਰਥ ਆ। ਕਿਉਂਕਿ ਜਦੋਂ ਸੁਲੇਮਾਨ ਰਾਜਾ ਨੇ ਗੱਲ ਕਹਿ ਦਿੱਤੀ ਕਿ ਸਭ ਕੁਛ ਵਿਅਰਥ ਆ, ਅਤੇ ਸਭ ਕੁਛ ਦੇ ਵਿੱਚ ਕੋਈ ਚੀਜ਼ ਰਹਿ ਨਹੀਂ ਗਈ ਹੈ ਮੇਰੇ ਪਿਆਰੋ। ਸਾਰੀਆਂ ਚੀਜ਼ਾਂ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਕਹਿ ਦਿੱਤਾ ਕਿ ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ ਔਰ ਸਭ ਕੁਛ ਕੀ ਆ, ਵਿਅਰਥ ਆ। ਸੋ ਮੇਰੇ ਪਿਆਰੋ, ਅੱਜ ਬੜੇ ਦੁੱਖ ਦੀ ਗੱਲ ਆ, ਅੱਜ ਦੁਨੀਆ ਦੇ ਵਿੱਚ ਗੈਰ ਮਸੀਹੀ ਲੋਕ ਤਾਂ ਚਲੋ ਵਿਅਰਥਾਂ ਦੇ ਪਿੱਛੇ ਲੱਗੇ ਆ, ਪਰ ਅੱਜ ਸਾਡੇ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕ, ਮਸੀਹੀ ਲੋਕ ਵੀ ਵਿਅਰਥ ਨੂੰ ਭਾਲਣ ਦੇ ਵਿੱਚ ਹੀ ਲੱਗੇ ਹੋਏ। ਸੋ ਪ੍ਰਭੂ ਦੇ ਵਚਨ 'ਚ ਸਾਫ਼-ਸਾਫ਼ ਸੁਲੇਮਾਨ ਰਾਜਾ ਇਹ ਗੱਲ ਕਹਿ ਰਿਹਾ, ਪੁਰਾਣੇ ਨਿਯਮ ਦਾ ਵਿਅਕਤੀ ਹੈ, ਕੀ ਕਹਿ ਰਿਹਾ ਕਿ ਸਭ ਕੁਛ ਵਿਅਰਥ ਆ। ਸੋ ਅੱਜ ਵਿਅਰਥ ਦੇ ਪਿੱਛੇ ਲੋਕ ਲੱਗੇ ਹੋਏ, ਪ੍ਰਭੂ ਦੇ ਪਿੱਛੇ ਆਉਂਦੇ ਵੀ ਇਸੇ ਕਰਕੇ ਆ ਕਿ ਸਾਨੂੰ ਵਿਅਰਥ ਮਿਲ ਜਾਵੇ। ਪ੍ਰਭੂ ਦੇ ਕੋਲ ਵਿਅਰਥ ਲੈਣ ਆ ਜਾਂਦੇ। ਪ੍ਰਭੂ ਦੇ ਵਚਨ 'ਚ ਸਾਫ਼-ਸਾਫ਼ ਸੁਲੇਮਾਨ ਕਹਿ ਰਿਹਾ ਕਿ ਸਭ ਕੁਛ ਵਿਅਰਥ ਆ। ਵਿਅਰਥ ਕਹਿ ਵੀ ਦਿੱਤਾ ਆ, ਤਾਂ ਵੀ ਵਿਅਰਥ ਲੈਣ ਲਈ ਪ੍ਰਭੂ ਦੇ ਕੋਲ ਆ ਰਹੇ ਆ। ਕਿੰਨਾ ਇਹਨਾਂ ਦੀ ਬੁੱਧ ਦੇ ਉੱਪਰ ਪੜਦਾ ਪਿਆ ਹੋਇਆ, ਕਿੰਨਾ ਸ਼ੈਤਾਨ ਨੇ ਇਹਨਾਂ ਦੇ ਦਿਮਾਗਾਂ ਨੂੰ ਬੰਨ੍ਹਿਆ ਹੋਇਆ ਕਿ ਉਹ ਪਰਮੇਸ਼ਵਰ ਜਿਹਨੇ ਪੁਰਾਣੇ ਸਮੇਂ ਦੇ ਵਿੱਚ ਹੀ ਆਪਣੇ ਸੁਲੇਮਾਨ ਰਾਜਾ ਦੁਆਰਾ ਇਹ ਕਹਾਵਤ ਆ ਕਿ ਸੰਸਾਰ ਦਾ ਸਭ ਕੁਛ ਕੀ ਆ, ਵਿਅਰਥ ਆ, ਪਰ ਫਿਰ ਵੀ ਲੋਕ ਇਸ ਪਰਮੇਸ਼ਵਰ ਕੋਲ ਵਿਅਰਥ ਹੀ ਲੈਣ ਆਈ ਜਾ ਰਹੇ ਆ। ਸੋ ਮੇਰੇ ਪਿਆਰੋ, ਸਭ ਕੁਛ ਵਿਅਰਥ, ਅਤੇ ਇਸ ਲਈ ਮੇਰਾ ਕਹਿਣਾ ਇਹ ਆ ਕਿ ਅਸੀਂ ਵਿਅਰਥਾਂ ਦੇ ਪਿੱਛੇ ਆਪਣਾ ਜੀਵਨ ਜਿਹੜਾ ਆ ਉਹ ਬਰਬਾਦ ਨਾ ਕਰੀਏ। ਵਿਅਰਥ ਦੇ ਪਿੱਛੇ ਅਸੀਂ ਨਾ ਚੱਲੀਏ, ਅਸੀਂ ਅਰਥ ਦੇ ਪਿੱਛੇ ਚੱਲਣਾ, ਵਿਅਰਥ ਦੇ ਪਿੱਛੇ ਨਹੀਂ। ਅਤੇ ਅਰਥ ਸਿਰਫ ਪ੍ਰਭੂ ਯਿਸੂ ਦੇ ਵਿੱਚ ਹੀ ਆ। ਪ੍ਰਭੂ ਯਿਸੂ ਤੋਂ ਬਾਹਰ ਵਿਅਰਥ ਆ, ਅਤੇ ਪ੍ਰਭੂ ਯਿਸੂ ਦੇ ਵਿੱਚ ਸਭ ਕੁਛ ਆ, ਜੋ ਵੀ ਕੀ ਆ ਉਹ ਅਰਥ ਦੇ ਵਿੱਚ ਆ। ਪਰ ਅੱਜ ਲੋਕ ਅਰਥ ਨੂੰ ਜਾਣਨਾ ਨਹੀਂ ਚਾਹੁੰਦੇ, ਅੱਜ ਵਿਅਰਥ ਨੂੰ ਜਾਣਨਾ ਚਾਹੁੰਦੇ ਆ, ਜਿਹਦਾ ਕੋਈ ਫਾਇਦਾ ਨਹੀਂ ਆ। ਵਿਅਰਥ ਦੇ ਪਿੱਛੇ ਜਾ ਕੇ ਆਪਣਾ ਜੀਵਨ ਬਰਬਾਦ ਕਰਦੇ ਜਾ ਰਹੇ ਆ, ਵਿਅਰਥ ਦੇ ਪਿੱਛੇ ਜਾ ਕੇ ਉਜੜਦੇ ਜਾ ਰਹੇ ਆ। ਵਿਅਰਥ ਦੇ ਕਾਰਨ ਹੀ ਪਰਮੇਸ਼ਰ ਤੋਂ ਵੀ ਕੀ ਹੁੰਦੇ ਜਾ ਰਹੇ, ਇਹ ਦੂਰ ਹੁੰਦੇ ਜਾ ਰਹੇ। ਸੋ ਸੁਲੇਮਾਨ ਰਾਜਾ ਇੱਧਰ ਕਹਿ ਰਿਹਾ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ ਔਰ ਸਭ ਕੁਛ ਕੀ ਆ, ਵਿਅਰਥ ਆ। ਸੋ ਅੱਜ ਮੇਰੇ ਪਿਆਰੋ, ਸੰਸਾਰ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਅੱਜ ਹਾਲਾਤ ਕੀ ਆ। ਪੂਰੇ ਸੰਸਾਰ ਦੇ ਵਿੱਚ ਅੱਜ ਇਸ ਕਰੋਨਾ ਵਾਇਰਸ ਦੇ ਦੁਆਰਾ ਲੋਕਡਾਊਨ ਆ, ਪੂਰਾ ਸੰਸਾਰ ਬੰਦ ਆ। ਸੋ ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਇੱਕ ਇਨਸਾਨ ਜਿਹੜਾ ਆ, ਇਹਨੇ ਆਪਣੇ ਜੀਵਨ ਦੀ, ਜ਼ਿੰਦਗੀ ਦੀ ਸਪੀਡ ਕਿੰਨੀ ਫਾਸਟ ਕੀਤੀ ਹੋਈ ਹੈ, ਕਿੰਨੀ ਤੇਜ਼ ਦੌੜਦਾ, ਇੰਨੀ ਤੇਜ਼ ਦੌੜ ਰਿਹਾ ਹੈ ਕਿ ਦੌੜਦੇ ਦੌੜਦੇ ਇਹ ਭੁੱਲ ਗਿਆ, ਦੌੜਦੇ ਦੌੜਦੇ ਇਹ ਇਸ ਗੱਲ ਤੋਂ ਖੁੰਝ ਗਿਆ ਆ ਕਿ ਮਤਲਬ ਮੈਂ ਆਪਣੇ ਬਣਾਉਣ ਵਾਲੇ ਨੂੰ ਵੀ ਜਾਣਨਾ, ਆਪਣੇ ਕੋਈ ਮੈਨੂੰ ਬਣਾਉਣ ਵਾਲਾ ਆ, ਜਾਂ ਇੱਕ ਦਿਨ ਮੈਂ ਇੱਥੋਂ ਚਲਾ ਜਾਣਾ ਆ। ਇਹ ਇਸ ਗੱਲ ਤੋਂ ਹਟ ਕੇ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਬਸ ਰੇਸ ਨੱਪੀ ਹੋਈ ਔਰ ਦੌੜਦਾ ਜਾ ਰਿਹਾ। ਸੋ ਮੈਂ ਵਿਚਾਰ ਕਰ ਰਿਹਾ ਸੀਗਾ ਕਿ ਇਸ ਕਰੋਨਾ ਵਾਇਰਸ ਦੇ ਦੁਆਰਾ ਪ੍ਰਭੂ ਨੇ ਜੋ ਇਹਨੇ ਆਪਣੀ ਜ਼ਿੰਦਗੀ ਦੀ ਸਪੀਡ ਬੰਨੀ ਹੋਈ ਨਾ, ਇੱਕਦਮ ਇਸ ਕਰੋਨਾ ਵਾਇਰਸ ਦੇ ਦੁਆਰਾ ਇਹਦੀ ਸਪੀਡ ਨੂੰ ਕੀ ਕਰ ਦਿੱਤਾ, ਰੋਕ ਦਿੱਤਾ। ਕਿਉਂ ਰੋਕਿਆ ਪਰਮੇਸ਼ਰ ਨੇ? ਕਿਉਂ ਪਰਮੇਸ਼ਰ ਨੇ ਰੋਕਿਆ ਕਿ ਐ ਇਨਸਾਨ, ਤੂੰ ਆਪਣੀ ਜ਼ਿੰਦਗੀ ਉੱਪਰ ਧਿਆਨ ਕਰ, ਤੇਰੀ ਦੌੜ ਕਿੱਧਰ ਲਈ ਆ, ਤੂੰ ਕਿੱਧਰ ਪਾਗਲ ਹੋਇਆ ਫਿਰਦਾ। ਤੇਰੀ ਜ਼ਿੰਦਗੀ ਦਾ ਸਮੇਂ ਜਿਹੜਾ ਹੈ ਉਹ ਬੀਤਦਾ ਜਾ ਰਿਹਾ, ਇੱਕ ਦਿਨ ਤੂੰ ਜਾਣਾ ਹੈ ਇਸ ਸੰਸਾਰ ਤੋਂ। ਸੋ ਜਾਣ ਤੋਂ ਪਹਿਲਾਂ ਤੂੰ ਧਿਆਨ ਕਰ, ਤੈਨੂੰ ਕਿਸੇ ਨੇ ਬਣਾਇਆ ਆ। ਸੋ ਦੂਸਰਾ, ਤੈਨੂੰ ਪਰਮੇਸ਼ਰ ਨੇ ਇੱਧਰ ਕਿਸੇ ਖਾਸ ਕੰਮ ਲਈ ਭੇਜਿਆ ਹੈ।
ਤੇਰੇ ਜੀਵਨ 'ਚੋਂ ਪਰਮੇਸ਼ਰ ਆਪਣੀ ਮਹਿਮਾ ਨੂੰ ਪ੍ਰਗਟ ਕਰਨਾ ਚਾਹੁੰਦਾ ਆ। ਸੋ ਪਰ ਅੱਜ ਇਨਸਾਨ ਨੇ ਇੰਨੀ ਆਪਣੀ ਜ਼ਿੰਦਗੀ ਦੀ ਰੇਸ ਬੰਨੀ ਹੋਈ ਆ, ਇੰਨੀ ਫਾਸਟ ਸਪੀਡ 'ਚ ਦੌੜਦਾ, ਇਹਨੂੰ ਪਤਾ ਹੀ ਨਹੀਂ ਆ ਕਿ ਮੈਨੂੰ ਕਿਸੇ ਨੇ ਬਣਾਇਆ, ਇਹਨੂੰ ਪਤਾ ਹੀ ਨਹੀਂ ਆ ਕਿ ਜਿਹਨੇ ਬਣਾਇਆ ਮੈਂ ਉਹਨੂੰ ਵੀ ਜਾਣ ਲਵਾਂ, ਇਹਨੂੰ ਪਤਾ ਹੀ ਨਹੀਂ ਕਿ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਅਤੇ ਜਾਣ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਨੂੰ ਜਾਣ ਲਵਾਂ, ਉਸ ਪਰਮੇਸ਼ਰ ਨੂੰ ਸਮਝ ਲਵਾਂ ਵੀ ਪ੍ਰਭੂ ਤੂੰ ਮੈਨੂੰ ਬਣਾਇਆ ਕਿਉਂ, ਤੇਰੀ ਯੋਜਨਾ, ਤੇਰੀ ਇੱਛਾ ਕੀ ਹੈ। ਕਿਉਂਕਿ ਵਿਅਰਥਾਂ ਦੇ ਪਿੱਛੇ ਪਿਆ ਨਾ, ਵਿਅਰਥਾਂ ਦੇ ਵਿੱਚ ਇਹਨੂੰ ਕੁਛ ਵੀ ਨਜ਼ਰ ਨਹੀਂ ਆ ਰਿਹਾ, ਵਿਅਰਥਾਂ 'ਚ ਇਹਨੂੰ ਕੁਛ ਵੀ ਸਮਝ ਨਹੀਂ ਆ ਰਿਹਾ, ਬਸ ਆਪਣੀ ਜ਼ਿੰਦਗੀ 'ਚ ਵਿਅਰਥ ਖੱਟਣ 'ਤੇ ਲੱਗਾ ਹੋਇਆ। ਸੋ ਇੱਧਰ ਪ੍ਰਭੂ ਦਾ ਸੁਲੇਮਾਨ ਰਾਜਾ ਕੀ ਕਹਿ ਰਿਹਾ ਕਿ ਸਭ ਕੁਛ ਵਿਅਰਥ ਆ। ਸੋ ਪ੍ਰਭੂ ਨੇ ਇਸ ਕਰੋਨਾ ਵਾਇਰਸ ਦੇ ਦੁਆਰਾ ਇਸ ਵਿਅਕਤੀ ਨੂੰ ਜਿਹੜਾ ਆਪਣੀ ਜ਼ਿੰਦਗੀ ਦੀ ਰੇਸ ਬੜੀ ਤੇਜ਼ ਭੱਜ ਰਿਹਾ ਆ, ਬੜੀ ਸਪੀਡ 'ਤੇ ਜਾ ਰਿਹਾ, ਇੱਕਦਮ ਰੋਕ ਕੇ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਧਿਆਨ ਕਰਨ ਦਾ ਮੌਕਾ ਦਿੱਤਾ। ਸੋ ਪ੍ਰਭੂ ਨੇ ਮੌਕਾ ਦਿੱਤਾ ਕਿ ਵਿਚਾਰ ਕਰ, ਸੋਚ ਕਿ ਇੱਕ ਦਿਨ ਤੂੰ ਚਲੇ ਜਾਣਾ ਹੈ, ਸੋਚ ਤੈਨੂੰ ਕਿਸੇ ਨੇ ਬਣਾਇਆ, ਤੈਨੂੰ ਕੋਈ ਚੱਲਣ ਲਈ ਬਲ ਦੇ ਰਿਹਾ ਆ। ਤੇਰੀ ਜ਼ਿੰਦਗੀ ਦਾ ਮਕਸਦ ਇਕੱਲਾ ਸੰਸਾਰ ਨੂੰ ਖੱਟਣਾ ਨਹੀਂ ਆ, ਤੇਰੀ ਜ਼ਿੰਦਗੀ ਦਾ ਮਕਸਦ ਇਕੱਲਾ ਸੰਸਾਰ 'ਚ ਖਾਣਾ ਪੀਣਾ, ਮੌਜਾਂ ਮਨਾਉਣੀਆਂ, ਸੁੱਖ ਭਾਲਣਾ ਨਹੀਂ ਆ। ਤੇਰੀ ਜ਼ਿੰਦਗੀ ਦੇ ਵਿੱਚ ਇਕੱਲਾ ਇਹੀ ਕੰਮ ਨਹੀਂ ਆ, ਤੇਰੀ ਜ਼ਿੰਦਗੀ 'ਚ ਕੋਈ ਮੁੱਖ ਕੰਮ ਆ। ਉਹ ਮੁੱਖ ਕੰਮ ਕੀ ਆ ਕਿ ਮੈਂ ਆਪਣੇ ਜੀਵਨ 'ਚੋਂ ਪਰਮੇਸ਼ਰ ਦੀ ਮਹਿਮਾ ਨੂੰ ਕੀ ਕਰਨਾ ਹੈ, ਪ੍ਰਗਟ ਕਰਨਾ। ਸੋ ਸੁਲੇਮਾਨ ਰਾਜਾ ਕਹਿ ਰਿਹਾ ਕਿ ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਔਰ ਸਭ ਕੁਛ ਕੀ ਆ, ਵਿਅਰਥ ਆ। ਸੋ ਅੱਗੇ ਪੜ੍ਹਦੇ ਅਸੀਂ ਕੀ ਲਿਖਿਆ। ਆਦਮੀ ਨੂੰ ਉਸ ਸਾਰੇ ਧੰਦੇ ਤੋਂ ਜੋ ਉਹ ਸੂਰਜ ਦੇ ਹੇਠ ਕਰਦਾ ਹੈ ਕੀ ਲਾਭ ਹੁੰਦਾ ਹੈ। ਸੋ ਇੱਧਰ ਸੁਲੇਮਾਨ ਰਾਜਾ ਕੀ ਕਹਿ ਰਿਹਾ ਕਿ ਆਦਮੀ ਨੂੰ ਉਸ ਸਾਰੇ ਕੰਮ ਧੰਦੇ ਤੋਂ ਜਿਹੜਾ ਉਹ ਸੂਰਜ ਦੇ ਹੇਠ ਕਰਦਾ ਕੀ ਲਾਭ ਹੁੰਦਾ। ਸੋ ਦੇਖੋ ਇਹ ਸੁਲੇਮਾਨ ਰਾਜਾ ਕੋਈ ਐਵੇਂ ਨਹੀਂ ਗੱਲਾਂ ਬੋਲਦਾ ਮੇਰੇ ਪਿਆਰੋ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ 'ਚ ਅਨੁਭਵ ਕੀਤਾ, ਹਰ ਉਸ ਚੀਜ਼ ਨੂੰ ਹਾਸਲ ਕੀਤਾ ਆ ਜਿਹੜੀਆਂ ਚੀਜ਼ਾਂ ਅਸੀਂ ਸੁਪਨੇ 'ਚ ਵੀ ਨਹੀਂ ਸੋਚ ਸਕਦੇ। ਹਾਸਲ ਕਰਨਾ ਤਾਂ ਬੜੀ ਦੂਰ ਦੀ ਗੱਲ ਆ ਮੇਰੇ ਪਿਆਰੋ, ਹਰ ਚੀਜ਼ ਦਾ ਅਨੁਭਵ ਉਹਦੇ ਕੋਲ ਆ, ਹਰ ਚੀਜ਼ ਉਹਦੇ ਕੋਲ ਆ, ਹਰ ਇੱਕ ਉਹ ਆਨੰਦ ਲੈਣ ਵਾਲਾ ਉਹਦੇ ਕੋਲ ਫੈਸਿਲਿਟੀ ਆ, ਸਭ ਕੁਛ ਆ। ਪਰ ਉਹਨੇ ਇਹਨਾਂ ਚੀਜ਼ਾਂ ਵਿੱਚੋਂ ਲੰਘਦੇ ਹੋਏ ਕੀ ਕਿਹਾ ਕਿ ਇਹ ਸਭ ਕੁਛ ਵਿਅਰਥ ਆ। ਫਿਰ ਕੀ ਕਹਿ ਰਿਹਾ ਕਿ ਆਦਮੀ ਜਿਹੜਾ ਸੂਰਜ ਦੇ ਹੇਠ ਆਪਣੇ ਕੰਮ ਧੰਦੇ ਕਰਦਾ ਆ, ਇਹਦੇ ਤੋਂ ਲਾਭ ਕੀ ਆ। ਹੁਣ ਮੇਰੇ ਪਿਆਰੋ ਇਸ ਗੱਲ ਨੂੰ ਆਪਾਂ ਸਮਝ ਸਕਦੇ, ਆਪਾਂ ਵੀ ਸੰਸਾਰ 'ਚ ਚੱਲਦੇ ਹੋਏ ਕਿੰਨੀ ਮਿਹਨਤ ਕਰਦੇ ਹਾਂ, ਸਵੇਰ ਨੂੰ ਉੱਠ ਜਾਂਦੇ ਹਾਂ, ਰਾਤ ਨੂੰ ਸੌਣ ਤੱਕ ਅਸੀਂ ਸਰੀਰ ਦੇ ਵਿੱਚ ਸੰਘਰਸ਼ ਕਰਦੇ ਹਾਂ ਆਪਣਾ ਜੀਵਨ ਚਲਾਉਣ ਲਈ, ਆਪਣੇ ਪਰਿਵਾਰ ਨੂੰ ਚਲਾਉਣ ਲਈ, ਆਪਣੇ ਜੀਵਨ ਦੇ ਵਿੱਚ ਜੋ ਵੀ ਕਮੀਆਂ ਘਟੀਆਂ ਇਹਨਾਂ ਨੂੰ ਪੂਰਾ ਕਰਨ ਲਈ ਕਿੰਨਾ ਸੰਘਰਸ਼, ਕਿੰਨੀ ਮਿਹਨਤ ਕਰਦੇ ਹਾਂ। ਪਰ ਮੇਰੇ ਪਿਆਰੋ ਇੱਧਰ ਸੁਲੇਮਾਨ ਦੀ ਗੱਲ ਤੋਂ ਵਿਚਾਰ ਕਰੀਏ ਕਿ ਸਾਨੂੰ ਲਾਭ ਕੀ ਹੁੰਦਾ। ਕੋਈ ਵੀ ਸਾਨੂੰ ਲਾਭ ਨਹੀਂ ਹੈ ਇਹਦਾ। ਉਲਟਾ ਕੀ ਆ, ਅਸੀਂ ਆਪਣੀ ਜ਼ਿੰਦਗੀ ਦਾ ਵਕਤ ਜਿਹੜਾ ਆ, ਆਪਣੀ ਜ਼ਿੰਦਗੀ ਦਾ ਟਾਈਮ ਜਿਹੜਾ ਉਹ ਕੀ ਕਰਦੇ ਜਾ ਰਹੇ ਹਾਂ, ਵੇਸਟ ਕਰਦੇ ਜਾ ਰਹੇ, ਖਰਾਬ ਕਰਦੇ ਜਾ ਰਹੇ। ਕਿਉਂਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਲਈ, ਆਪਣੀ ਜ਼ਿੰਦਗੀ ਨੂੰ ਚਲਾਉਣ ਲਈ ਮੈਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਕੀ ਹੋ ਚੁੱਕਾ, ਭੁੱਲ ਚੁੱਕਾ ਹੈ ਕਿ ਮੇਰੀ ਅਸਲ ਜ਼ਿੰਦਗੀ ਦਾ ਮਕਸਦ ਕੀ। ਮੈਂ ਇਹ ਨਹੀਂ ਕਹਿ ਰਿਹਾ ਕਿ ਕੰਮ ਧੰਦੇ ਨਹੀਂ ਕਰਨੇ, ਭੁੱਖੇ ਰਹੋ, ਇਹ ਮੇਰਾ ਕਹਿਣਾ ਮੇਰੇ ਪਿਆਰੋ ਮਕਸਦ ਨਹੀਂ ਆ। ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਜੀਵਨ 'ਚ ਤੁਹਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਜੋ ਚਾਹੀਦਾ ਆ, ਉਹਨਾਂ ਲੋੜਾਂ ਜ਼ਰੂਰਤਾਂ ਲਈ ਅਸੀਂ ਕੰਮ ਕਰਨਾ ਆ, ਮਿਹਨਤ ਕਰਨੀ, ਸੰਘਰਸ਼ ਕਰਨਾ। ਪਰ ਮੇਰੇ ਪਿਆਰੋ ਨਾਲ ਨਾਲ ਇਹ ਨਾ ਭੁੱਲੋ ਜੋ ਤੁਹਾਡਾ ਆਤਮਿਕ ਇੱਕ ਫਰਜ਼ ਆ, ਜੋ ਤੁਹਾਡਾ ਆਤਮਿਕ ਜੀਵਨ ਲਈ ਜੋ ਜ਼ਰੂਰੀ ਆ, ਉਹਨੂੰ ਵੀ ਨਾ ਭੁੱਲੋ, ਉਹਨੂੰ ਵੀ ਨਾ ਛੱਡੋ। ਇਹ ਵੀ ਕਰੋ, ਹਰ ਰੋਜ਼ ਪ੍ਰਾਰਥਨਾ ਕਰਨੀ ਆ, ਹਰ ਰੋਜ਼ ਅਸੀਂ ਆਰਾਧਨਾ ਕਰਨੀ ਆ, ਹਰ ਰੋਜ਼ ਅਸੀਂ ਵਚਨ ਪੜ੍ਹਨਾ ਆ, ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਨੂੰ ਪ੍ਰਭੂ ਦੇ ਬਾਰੇ ਕੁਛ ਦੱਸਣਾ ਆ। ਇਹ ਚੀਜ਼ਾਂ ਸਾਡੇ ਜੀਵਨ 'ਚ ਹੈ ਹੀ ਨਹੀਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਹੀ ਕਦੀ ਪ੍ਰਾਰਥਨਾ ਛੱਡ ਜਾਂਦਾ, ਕਦੀ ਆਰਾਧਨਾ ਛੱਡ ਜਾਂਦਾ, ਕਦੀ ਬਾਈਬਲ ਨਹੀਂ ਪੜ੍ਹ ਹੁੰਦੀ, ਕਦੀ ਵਚਨ 'ਤੇ ਮਨਨ ਧਿਆਨ ਨਹੀਂ ਹੋ ਰਿਹਾ ਸਾਡੇ ਕੋਲੋਂ। ਕਿਉਂ ਕੀ ਆ, ਅਸੀਂ ਪ੍ਰਭੂ ਨਾਲ ਤਾਂ ਕੰਪਰੋਮਾਈਜ਼ ਕਰ ਜਾਂਦੇ ਹਾਂ, ਪਰ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਦੇ ਨਾਲ ਕੰਪਰੋਮਾਈਜ਼ ਨਹੀਂ ਸਾਡੇ ਕੋਲ ਹੋ ਰਿਹਾ। ਸੋ ਮੇਰੇ ਪਿਆਰੋ ਮੈਂ ਕਹਿਣਾ ਚਾਹੁੰਦਾ ਕਿ ਪ੍ਰਭੂ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਪ੍ਰਭੂ ਦੇ ਨਾਲ ਸਮਝੌਤਾ ਨਹੀਂ ਕਰਨਾ। ਜੋ ਸਾਡੇ ਸਰੀਰਕ ਫਰਜ਼ ਆ ਉਹਨਾਂ ਨੂੰ ਕਰਦੇ ਕਰਦੇ ਜੋ ਆਤਮਿਕ ਫਰਜ਼ ਆ ਇਹਨੂੰ ਵੀ ਨਿਭਾਓ। ਅੱਜ ਅਸੀਂ ਆਤਮਿਕ ਫਰਜ਼ ਵਾਲੀ ਸਮਝੌਤਾ ਕਰ ਜਾਂਦੇ ਹਾਂ, ਪਰ ਸਰੀਰਕ ਫਰਜ਼ਾਂ ਨੂੰ ਅਸੀਂ ਸਾਰਿਆਂ ਨੂੰ ਪੂਰਾ ਕਰਨੇ। ਪਰ ਯਾਦ ਰੱਖੋ ਸੁਲੇਮਾਨ ਕੀ ਕਹਿ ਰਿਹਾ, ਕਹਿੰਦਾ ਕੀ ਲਾਭ ਆ, ਲਾਭ ਕੀ ਹੁੰਦਾ। ਸਾਨੂੰ ਕੋਈ ਲਾਭ ਨਹੀਂ ਹੈ, ਕਿਉਂਕਿ ਲਾਭ ਵਾਲੇ ਨਾਲ ਤਾਂ ਅਸੀਂ ਸਮਝੌਤਾ ਕਰ ਰਹੇ। ਜਿੱਧਰੋਂ ਸਾਨੂੰ ਕੋਈ ਆਤਮਿਕ ਲਾਭ ਹੋਣਾ ਉਹਦੇ ਨਾਲ ਹੀ ਸਮਝੌਤਾ ਕਰੀ ਜਾਂਦੇ, ਜਿਹਦੇ ਤੋਂ ਕੋਈ ਲਾਭ ਨਹੀਂ ਆ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ। ਸੋ ਆਈਏ ਅੱਗੇ ਹੋਰ ਪੜ੍ਹਦੇ ਹਾਂ ਵਚਨ ਕੀ ਕਹਿ ਰਿਹਾ ਸੁਲੇਮਾਨ। ਇੱਕ ਪੀੜ੍ਹੀ ਚਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ। ਸੋ ਇੱਧਰ ਕੀ ਕਹਿ ਰਿਹਾ ਸੁਲੇਮਾਨ, ਕਹਿੰਦਾ ਕਿ ਲਾਭ ਕੀ ਆ। ਉਹ ਕਹਿੰਦਾ ਲਾਭ ਫਿਰ ਇਹੀ ਆ, ਫਿਰ ਇੱਕ ਪੀੜ੍ਹੀ ਚਲੀ ਜਾਂਦੀ ਤੇ ਇੱਕ ਆ ਜਾਂਦੀ ਆ।
ਇਸ ਲਈ ਮੇਰੇ ਪਿਆਰੋ ਲਾਭ ਕੀ, ਅਸੀਂ ਵੀ ਆਪਣੀ ਪੂਰੀ ਜ਼ਿੰਦਗੀ 'ਚ ਮਿਹਨਤ ਕਰਦੇ ਹਾਂ, ਸਾਡੇ ਬੱਚੇ ਹੋਏ ਆ, ਸਾਡੀ ਸੋਚ ਕੀ ਹੁੰਦੀ, ਇਨਸਾਨ ਦੀ ਸੋਚ ਕੀ ਆ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸੈੱਟ ਕਰ ਦੇਵਾਂ, ਆਪਣੇ ਬੱਚਿਆਂ ਦਾ ਕੁਛ ਬਣਾ ਲਵਾਂ ਅਤੇ ਆਪ ਚਲਾ ਜਾਂਦਾ। ਇਸ ਤੋਂ ਬਾਅਦ ਸਾਡੇ ਬੱਚੇ ਆਏ ਅੱਗੇ, ਸਾਡੇ ਬੱਚਿਆਂ ਦੀ ਵੀ ਕੋਸ਼ਿਸ਼ ਫਿਰ ਕੀ ਹੋ ਜਾਂਦੀ, ਮੈਂ ਵੀ ਆਪਣੇ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਕੁਛ ਬਣਾ ਦੇਵਾਂ, ਆਪਣਾ ਘਰ ਬੂਆ ਬਣਾ ਦੇਵਾਂ, ਉਹ ਵੀ ਚਲਾ ਜਾਂਦਾ, ਫਿਰ ਤੀਸਰੀ ਪੀੜ੍ਹੀ ਆ ਜਾਂਦੀ, ਫਿਰ ਉਹਦੀ ਵੀ ਇਹੀ ਰਹਿੰਦਾ। ਆਹ ਹੀ ਆ ਮੇਰੇ ਪਿਆਰੋ ਲਾਭ, ਕੁਛ ਨਹੀਂ, ਬਸ ਆਹੀ ਹੁੰਦਾ। ਪੂਰੀ ਜ਼ਿੰਦਗੀ ਸੰਘਰਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ, ਅਤੇ ਬਸ ਅੱਗੇ ਤੋਂ ਪੀੜ੍ਹੀਆਂ, ਇੱਕ ਪੀੜ੍ਹੀ ਆਉਂਦੀ ਦੂਜੀ ਚਲੀ ਜਾਂਦੀ, ਦੂਜੀ ਜਾਂਦੀ ਹੈ ਤੀਸਰੀ ਚਲੀ ਜਾਂਦੀ, ਬਸ ਇਹੀ ਚੱਲ ਰਿਹਾ। ਪਰ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨੂੰ ਹੀ ਕੀ ਹੋ ਚੁੱਕੇ ਹਾਂ, ਅਸੀਂ ਭੁੱਲ ਚੁੱਕੇ ਹਾਂ। ਸੋ ਅਨੁਭਵੀ ਰਾਜਾ ਸੁਲੇਮਾਨ ਆ, ਕਿਸੇ ਚੀਜ਼ ਦੀ ਇਹਨੂੰ ਕਮੀ ਘਟੀ ਨਹੀਂ ਆ। ਹਰ ਇੱਕ ਜੀਵਨ ਦੇ ਵਿੱਚ ਜੋ ਇੱਕ ਵਿਅਕਤੀ ਨੂੰ ਚਾਹੀਦਾ, ਬਹੁਤਾਇਤ ਦੇ ਨਾਲ ਆ ਇਸ ਰਾਜਾ ਸੁਲੇਮਾਨ ਦੇ ਕੋਲ। ਹਰ ਚੀਜ਼ ਦਾ ਲੁਤਫ ਲੈਣ ਤੋਂ ਬਾਅਦ, ਹਰ ਚੀਜ਼ ਦਾ ਆਨੰਦ ਲੈਣ ਤੋਂ ਬਾਅਦ ਰਾਜਾ ਸੁਲੇਮਾਨ ਕੀ ਕਹਿ ਰਿਹਾ ਆ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਔਰ ਸਭ ਕੁਛ ਕੀ ਆ, ਵਿਅਰਥ ਆ। ਇਸ ਲਈ ਮੇਰੇ ਪਿਆਰੋ ਵਿਅਰਥ ਦੇ ਉੱਪਰ ਅਸੀਂ ਵਿਅਰਥ ਦੇ ਪਿੱਛੇ ਨਹੀਂ ਜਾਣਾ, ਅਸੀਂ ਅਰਥ ਦੇ ਪਿੱਛੇ ਜਾਣਾ ਆ। ਅਰਥ ਪ੍ਰਭੂ ਯਿਸੂ ਦੇ ਵਿੱਚ ਆ, ਔਰ ਵਿਅਰਥ ਇਸ ਸਾਰੇ ਸੰਸਾਰ ਦੇ ਵਿੱਚ ਆ। ਬੜੇ ਦੁੱਖ ਦੀ ਗੱਲ ਆ ਕਿ ਅੱਜ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਮਸੀਹੀ ਲੋਕ ਵੀ ਕੀ ਆ, ਅਰਥ ਦੇ ਪਿੱਛੇ ਘੱਟ ਆ ਅਤੇ ਵਿਅਰਥ ਦੇ ਪਿੱਛੇ ਜ਼ਿਆਦਾ ਲੱਗੇ ਹੋਏ ਆ। ਸੋ ਮੇਰੇ ਪਿਆਰੋ ਮੈਂ ਦੱਸਣਾ ਚਾਹੁੰਦਾ ਕਿ ਵਿਅਰਥ ਦੇ ਪਿੱਛੇ ਨਾ ਜਾਓ। ਵਿਅਰਥ ਪਿੱਛੇ ਜਾਓਗੇ ਅਤੇ ਇਹਨੇ ਸਾਨੂੰ ਹਮੇਸ਼ਾ ਲਈ ਪ੍ਰਭੂ ਤੋਂ ਸਾਨੂੰ ਦੂਰ ਕਰ ਦੇਣਾ, ਹਮੇਸ਼ਾ ਲਈ ਸਾਡਾ ਸੰਬੰਧ ਪਰਮੇਸ਼ਰ ਤੋਂ ਟੁੱਟ ਜਾਣਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਨਰਕ 'ਚ ਚਲ ਜਾਣਾ, ਨਰਕ ਮਹੱਤਵਪੂਰਨ ਗੱਲ ਨਹੀਂ ਹੈ। ਖਾਸ ਗੱਲ ਕੀ ਆ ਕਿ ਮੇਰਾ ਪ੍ਰਭੂ ਤੋਂ ਹਮੇਸ਼ਾ ਦੇ ਲਈ ਰਿਸ਼ਤਾ ਟੁੱਟ ਜਾਣਾ, ਇਹਨਾਂ ਗੱਲਾਂ ਦਾ ਕਰਕੇ। ਇਸ ਲਈ ਮੇਰੇ ਪਿਆਰੋ ਵਿਅਰਥ ਨਹੀਂ, ਅਰਥ ਵੱਲ। ਜਦੋਂ ਅਰਥ ਵੱਲ ਧਿਆਨ ਲਗਾਓਗੇ ਤਾਂ ਪਰਮੇਸ਼ਰ ਸਾਨੂੰ ਜ਼ਿੰਦਗੀ 'ਚ ਜੋ ਚਾਹੀਦਾ, ਜੋ ਜੀਵਨ 'ਚ ਚਾਹੀਦਾ, ਸਭ ਕੁਛ ਮੁਹੱਈਆ ਕਰਕੇ ਦੇਊਗਾ, ਕਿਉਂਕਿ ਉਹ ਪਰਮੇਸ਼ਰ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ। ਉਸ ਪਰਮੇਸ਼ਰ ਨੂੰ ਪਤਾ ਆ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਸਾਨੂੰ ਬੋਲਣ ਦੀ ਲੋੜ ਨਹੀਂ ਆ, ਸਭ ਕੁਝ ਜਾਣਦਾ ਉਹ ਪਰਮੇਸ਼ਰ। ਜਦੋਂ ਉਸ ਪਰਮੇਸ਼ਰ ਨਾਲ ਵਫਾਦਾਰੀ ਨਾਲ ਚੱਲਾਂਗੇ, ਜਦੋਂ ਉਸ ਪਰਮੇਸ਼ਰ ਦੇ ਪਿੱਛੇ ਚੱਲਾਂਗੇ, ਤਾਂ ਸਭ ਕੁਛ ਮੁਹੱਈਆ ਕਰਕੇ ਉਹ ਪਰਮੇਸ਼ਰ ਦੇਊਗਾ। ਸੋ ਮੇਰੇ ਪਿਆਰੋ ਅੱਜ ਮੈਂ ਚਾਹੁੰਦਾ ਕਿ ਅੱਜ ਇੱਥੇ ਹੀ ਬੰਦ ਕਰ ਦਿੱਤਾ ਜਾਵੇ। ਸੋ ਪ੍ਰਭੂ ਦੀ ਮਰਜ਼ੀ ਆ, ਅਤੇ ਕੱਲ੍ਹ ਫਿਰ ਅਗਰ ਪ੍ਰਭੂ ਨੇ ਜੀਣ ਦਾ ਮੌਕਾ ਦਿੱਤਾ, ਅਗਰ ਪ੍ਰਭੂ ਦੇ ਆਉਣ 'ਚ ਦੇਰੀ ਆ, ਅਤੇ ਕੱਲ੍ਹ ਫਿਰ ਆਪਾਂ ਇਸੇ ਵਚਨ ਤੋਂ ਅੱਗੇ ਸ਼ੁਰੂ ਕਰਾਂਗੇ। ਸੋ ਆਈਏ ਪ੍ਰਾਰਥਨਾ ਕਰਦੇ ਹਾਂ। ਸਵਰਗੀ ਪਿਤਾ, ਤੇਰਾ ਧੰਨਵਾਦ ਕਰਦੇ ਹਾਂ ਖੁਦਾ ਬਾਪ, ਤੇਰੇ ਇਹਨਾਂ ਪਵਿੱਤਰ ਵਚਨਾਂ ਦੇ ਵਾਸਤੇ। ਖੁਦਾਵੰਦ ਮੈਂ ਤੇਰਾ ਧੰਨਵਾਦ ਕਰਦਾ ਖੁਦਾਵੰਦ, ਜਿੰਨੇ ਭੈਣ ਭਰਾਵਾਂ ਨੇ ਲਾਈਵ ਆ ਕੇ ਇੱਧਰ ਸੁਣਿਆ ਹੈ ਪ੍ਰਭੂ, ਇਹਨਾਂ ਵਚਨਾਂ ਦੁਆਰਾ ਖੁਦਾਵੰਦ ਤੇਰੇ ਲੋਕ ਆਸ਼ੀਸ਼ ਪਾਉਣ ਪ੍ਰਭੂ। ਔਰ ਖੁਦਾ ਬਾਪ ਅਸੀਂ ਵੀ ਖੁਦਾਵੰਦ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਪਾਈਏ, ਇਹਨਾਂ ਵਚਨਾਂ ਦੇ ਅਨੁਸਾਰ ਸਾਨੂੰ ਹੋਣ ਦੇ ਲਈ ਤੂੰ ਬਲ ਦੇ ਪ੍ਰਭੂ, ਔਰ ਤੇਰੀ ਮਹਿਮਾ, ਤੇਰਾ ਜਲਾਲ ਖੁਦਾਵੰਦ ਇੱਕ ਦੇ ਜੀਵਨ 'ਚ ਜ਼ਾਹਰ ਹੋ। ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ।